अगला दुख मिटाया, ताप रोग गए गुर बचनी, मन इच्छे फल पाया। मेरा गुर पूरा सुख दाता, करण कारण समरथ स्वामी, पूरन पुरख बेदाता। रहाओ आनंद विनोद मंगल गुण गावहो, गुर नानक भय दयाला। जय जयकार भय जग भीतर, हुआ पार ब्रह्म रखवाला। आनंद विनोद मंगल गुण गावहो, गुर नानक भय दयाला। जय जयकार भय जग भीतर, हुआ पार ब्रह्म रखवाला। वाहिगुरु जी का खालसा, वाहिगुरु जी की फतेह। सतगुरु की साजी वारी गुरु प्यारी गुरु सवारी गुरु साध संगत जीओ। आप प्रभा संगतां वड्डियां भागां वाले हो, शामां वेले संध्या दे नितनेम सोदा रात पवित्र बाणी दे जाप प्रभा संगतां नूं रल मिल के होए हन। सतगुरु जी किरपा करन, प्रभा संगतां दा गावै सुणिया ताए पाउण। सो संगतां नूं बेनती है कि धन धन जगत सतगुरु श्री गुरु नानक देव सच्चे पातशाह जीआं दे गुरपुरब ਨੂੰ ਮਨਾਉਂਦੀਆਂ ਹੋਈਆਂ ਸੰਗਤਾਂ ਸੋ 9 ਤਰੀਕ ਸ਼ਨੀਵਾਰ ਨੂੰ ਰਾਤ 12 ਵਜੇ ਸ੍ਰੀ ਅਖੰਡ ਪਾਠ ਸਾਹਿਬ ਸਰਬੱਤ ਸੰਗਤਾਂ ਵੱਲੋਂ ਪ੍ਰਾਰੰਭ ਹੋਣੇ ਹਨ। ਸੋ ਜਿਨ੍ਹਾਂ ਦੇ ਭੋਗ 11 ਤਰੀਕ ਸੋਮਵਾਰ ਨੂੰ ਰਾਤ 10:30 ਵਜੇ ਭੋਗ ਦੇ ਸਲੋਕ ਆਰੰਭ ਹੋਣਗੇ, ਭੋਗ ਪਾਏ ਜਾਣਗੇ, ਉਪਰੰਤ ਦੀਵਾਨ ਸਜੇਗਾ। 12 ਤਰੀਕ ਨੂੰ ਸਾਰੇ ਦਿਨ ਦਾ ਦੀਵਾਨ ਹੈ, ਸ਼ਾਮ 9 ਤੱਕ ਰਾਤ 9 ਵਜੇ ਤੱਕ ਚੱਲੇਗਾ, ਜਿਹਦੇ ਵਿੱਚ ਰਾਗੀ ਢਾਡੀ ਕਥਾਵਾਚਕ ਕੀਰਤਨੀਏ ਸੋ ਸਾਰਾ ਦਿਨ ਸਤਿਗੁਰਾਂ ਦਾ ਹਰਜਸ ਕਰਨਗੇ। ਸੋ ਸੰਗਤਾਂ ਨੇ ਸਾਰਿਆਂ ਨੇ ਰਲ ਮਿਲ ਕੇ ਸੇਵਾਵਾਂ ਕਰਨੀਆਂ ਹਨ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। 17 ਤਰੀਕ ਨੂੰ ਨਗਰ ਕੀਰਤਨ ਹੈ ਜੋ ਆਪਣੇ ਗੁਰੂ ਘਰ ਤੋਂ ਆਰੰਭ ਹੋ ਕੇ ਹੋਰ ਗੁਰੂ ਘਰਾਂ ਦੇ ਵਿੱਚ ਦੇ ਹੁੰਦਾ ਹੋਇਆ ਹਰ ਸਾਲ ਦੀ ਤਰ੍ਹਾਂ ਸਮੈਤ ਗੁਰਦੁਆਰਾ ਸਾਹਿਬ ਜਾ ਕੇ ਸੰਪੂਰਨ ਹੁੰਦਾ ਹੈ। ਸੋ ਉਹਦੇ ਵਿੱਚ ਵੀ ਸੰਗਤਾਂ ਨੇ ਆਪਣੀਆਂ ਆਪਣੀਆਂ ਸੇਵਾਵਾਂ ਆ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਹੁਣ ਕਥਾ ਗੁਰੂ ਤਿਆਰ ਦੀ ਕਥਾ ਦਾ ਸਮਾਂ ਹੋਇਆ, ਸੰਗਤਾਂ ਹਾਜ਼ਰੀਆਂ ਪਾ ਕੇ ਲਾਭ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। श्री नानक पद पंकज बंदन, सिमरो अंगद दोख निकंदन। अमरदास गुर हृदय ध्यावो, श्री गुरु रामदास गुण गावो। श्री अर्जन बिघनन के नाशक, गुरु हर गोबिंद शुभ सुमत प्रकाशक। श्री हर राय नमो कर जोरी, गुरु हर कृष्ण मनाए बहोरी। तेग बहादुर परम कृपाला, श्री गुरु गोबिंद सिंह बेसाला। धरो धरा पर पुन पुन सीसा, बंदों बार बार जगदीसा। जिसमें अमृत ज्ञान है, मानिक भगत वैराग। गुरु ग्रंथ साहिब उदद, बंदों कर अनुराग। श्री गुर शब्द कमाए जिन, जीते पंच विकार। तिन संतन को बंदना, सिर चरणन पर धार। एक ओंकार सतगुरु, तिह प्रसाद सच होए। वाहिगुरु जी की फतेह। विघ्न विनाशन सोए।
ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਜੀ। ਸੋ ਅਬ ਸਮਾ ਆਪ ਪ੍ਰਭ ਕਰੀਏ, ਮਰਤ ਸਭਨ ਕੇ ਪ੍ਰਾਣ ਉਭਰੀਏ। ਦੇਹੋ ਅਨ ਜਿਸ ਤੇ ਬਚ ਰਹੈ, ਨਹੀਂ ਸ਼ੁਦਾ ਕੇ ਸੰਕਟ ਸਹੈ। ਸੋ ਅਬ ਸਮਾ ਆਪ ਪ੍ਰਭ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਇੱਕ ਵਾਰੀ ਫੇਰ ਸਾਰੇ ਫਤਿਹ ਬੁਲਾਓ। ਆਵਾਜ਼ ਬਹੁਤ ਘੱਟ ਆਈ ਹੈ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਦੀਨਾ ਬੰਧੂ, ਖੰਡਾਂ ਤੇ ਬ੍ਰਹਮੰਡਾਂ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ ਅੰਤਰਜਾਮੀ ਸਤਿਗੁਰੂ, ਵੱਡੇ ਸਤਿਗੁਰੂ ਪਾਤਸ਼ਾਹਾਂ ਦੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸੰਧਿਆ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਆਪ ਸਰਬਤ ਮਾਈ ਭਾਈ ਹਾਜ਼ਰੀ ਭਰ ਕੇ ਆਪਣੇ ਜਨਮ ਅਤੇ ਸਵਾਸਾਂ ਤੋਂ ਲਾਭ ਪ੍ਰਾਪਤ ਕਰ ਰਹੇ ਹੋ। ਸਜੇ ਹੋਏ ਦੀਵਾਨਾਂ ਅੰਦਰ ਗੁਰਮੁਖ ਪਿਆਰੇ ਜੀ ਨੇ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਆਪ ਜੀ ਨੂੰ ਸੁਣਾਇਆ। ਉਪਰੰਤ ਅਰਦਾਸ ਬੇਨਤੀ ਹੁਕਮਨਾਮੇ ਸਾਹਿਬ ਆਪ ਜੀ ਨੇ ਸਰਵਨ ਕੀਤੇ ਨੇ। ਇਸ ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਹਰ ਰੋਜ਼ ਇਸ ਸਮੇਂ ਆਪ ਸਰਬਤ ਮਾਈ ਭਾਈ ਗੁਰ ਇਤਿਹਾਸ ਦੀ ਕਥਾ ਸਰਵਨ ਕਰਦੇ ਹੋ। ਸਤਿਗੁਰੂ ਸਾਹਿਬ ਜੀ ਨੇ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਬਖਸ਼ਿਸ਼ ਕੀਤਾ। ਕੱਲ ਦੇ ਦੀਵਾਨ ਵਿੱਚ ਆਪ ਜੀ ਨੇ ਗੁਰਮੁਖਾਂ ਤੋਂ ਸੁਣਿਆ ਕਿ ਕਈ ਮਹੀਨੇ 22 ਧਾਰ ਦੇ ਰਾਜੇ, ਹੋਰ ਵੀ ਸਾਧ ਸੰਗਤ ਜੀ, ਵਜ਼ੀਰ ਖਾਨ ਆਦਿਕ, ਇਹਨਾਂ 22 ਧਾਰ ਦਿਆਂ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਕਈ ਮਹੀਨੇ ਘੇਰਾ ਪਾਈ ਰੱਖਿਆ। ਜਿਹੜੇ ਅੰਦਰ ਸਿੰਘ ਸੀ, ਸੰਗਤਾਂ ਸਨ, ਕੁਝ ਸਿੰਘ ਸਨ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਤਿਗੁਰੂ ਸਾਹਿਬ ਜੀ ਦਾ ਪਰਿਵਾਰ, ਉਹ ਸਭ ਸ੍ਰੀ ਅਨੰਦਪੁਰ ਸਾਹਿਬ ਹਨ। ਲੰਗਰ ਪ੍ਰਸ਼ਾਦਾ ਸਾਧ ਸੰਗਤ ਜੀ ਅੰਦਰੋਂ ਗੁਰੂ ਕਾ ਲੰਗਰ ਮਸਤਾਨਾ ਹੋ ਗਿਆ। ਮੈਂ ਅੱਜ ਜਦੋਂ ਇਹ ਪ੍ਰਸੰਗ ਵਿਚਾਰ ਰਿਹਾ ਸੀ ਤੇ ਸਾਧ ਸੰਗਤ ਜੀ ਸੋਚ ਰਿਹਾ ਸੀ, ਕਦੇ ਉਹ ਸਮਾਂ ਸੀ ਜਿੱਥੇ ਗੁਰੂ ਕਾ ਲੰਗਰ ਮਸਤਾਨਾ ਹੋ ਗਿਆ। ਅੱਜ ਸਮਾਂ ਵੇਖੋ, ਫਿਰ ਵੀ ਉਹਨਾਂ ਗੁਰੂ ਕਿਆਂ ਸਿੰਘਾਂ ਨੇ, ਸਿੱਖਾਂ ਨੇ ਗੁਰੂ ਸਾਹਿਬ ਨੂੰ ਛੱਡਿਆ ਨਹੀਂ। ਅੱਜ ਵੇਖੋ ਕਿੰਨੇ ਤਰ੍ਹਾਂ ਦੇ ਭੋਜਨ ਪਦਾਰਥ ਸਾਨੂੰ ਛਕਣ ਨੂੰ ਸਤਿਗੁਰੂ ਸਾਹਿਬ ਜੀ ਨੇ ਬਖਸ਼ੇ ਨੇ। ਇਸ ਪਾਵਨ ਅਸਥਾਨ ਦੀ ਹੀ ਸਾਧ ਸੰਗਤ ਜੀ ਤੁਸੀਂ ਗੱਲ ਕਰ ਲਓ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਰੂਹ ਦੀ ਖੁਰਾਕ ਵੀ ਸਾਰਾ ਦਿਨ ਹੀ ਮਿਲਦੀ ਰਹਿੰਦੀ ਹੈ। ਆ ਹੁਣ ਤੀਜੀ ਵਾਰੀ ਸਮਾਂ ਕਥਾ ਦਾ ਸਤਿਗੁਰੂ ਨੇ ਬਖਸ਼ਿਆ। ਇੱਕ ਵਾਰੀ ਕਥਾ ਦਾ ਸਮਾਂ ਜੇ ਹੋਰ ਹੈ। ਦਿਹਾੜੀ ਵਿੱਚ 4-4 ਵਾਰ ਕਥਾ ਹੋਣੀ, ਗੁਰੂ ਕੀ ਸੰਗਤ ਨੇ ਸੁਣਨੀ, ਕੀਰਤਨ, ਨਿਤਨੇਮ, ਸੁਖਮਨੀ ਸਾਹਿਬ, ਮੂਲ ਮੰਤਰ, ਗੁਰਮੰਤਰ, ਇਹ ਸਤਿਗੁਰੂ ਦੀ ਦਇਆ ਹੈ, ਸਤਿਗੁਰੂ ਸਾਹਿਬ ਜੀ ਦਾ ਤਰਸ ਹੈ। ਜੇ ਅਸੀਂ ਸਰੀਰ ਦੀ ਖੁਰਾਕ ਵੇਖੀਏ ਤੇ ਉਹ ਵੀ ਕੋਈ ਘਾਟਾ ਨਹੀਂ। ਇੱਥੇ ਕਿੰਨੇ ਤਰ੍ਹਾਂ ਦੇ ਪਦਾਰਥ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਲੰਗਰ ਵਿੱਚ ਵਰਤਦੇ ਨੇ। ਕਦੇ ਸਮਾਂ ਸੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਕਈ ਮਹੀਨੇ ਘੇਰਾ ਪਿਆ ਰਿਹਾ, ਲੰਗਰ ਪ੍ਰਸ਼ਾਦਾ ਮਸਤਾਨਾ ਹੋ ਗਿਆ। ਸਾਧ ਸੰਗਤ ਜੀ ਜਿਹੜੇ ਸਿੰਘ ਸੀ ਇਹ ਸਤਿਗੁਰੂ ਨਾਲ ਪਰਖ ਕਰ ਰਹੇ ਸੀ। ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 2 ਵਾਰੀ ਪਰਖ ਕੀਤੀ ਹੈ ਸਿੱਖਾਂ ਦੀ। ਇੱਕ ਵਾਰੀ ਪਰਖ ਉਦੋਂ ਕੀਤੀ ਸੀ ਜਦੋਂ ਸਤਿਗੁਰੂ ਸਾਹਿਬ ਜੀ ਨੇ ਮਿਆਨ ਵਿੱਚੋਂ ਕਿਰਪਾਨ ਨੂੰ ਪ੍ਰਕਾਸ਼ ਕਰਕੇ
ਉੱਚੀ ਗਰਜਵੀਂ ਆਵਾਜ਼ ਵਿੱਚ ਆਖਿਆ ਸੀ, ਸਾਨੂੰ ਇੱਕ ਸਿਰ ਚਾਹੀਦਾ ਹੈ। ਉਦੋਂ ਸਾਧ ਸੰਗਤ ਜੀ ਬਹੁਤ ਸੰਗਤਾਂ ਦਾ ਇਕੱਠ ਸੀ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਜੋਸ਼ ਕਊਏ ਕੁਨਕੇ ਕੇ ਭਾਗ ਗਏ ਇੱਕ ਠੁਣ ਕੇ। ਸਤਿਗੁਰੂ ਨੇ ਜਦੋਂ ਕਿਹਾ ਸੀ, ਅੱਧੇ ਤਾਂ ਭੱਜ ਗਏ ਸੀ ਕਿ ਕਿਤੇ ਸਾਡੀ ਵਾਰੀ ਵੀ ਨਾ ਆ ਜਾਏ। ਫਿਰ ਸਾਧ ਸੰਗਤ ਜੀ ਉਦੋਂ ਸਿੱਖੀ ਦੀ ਪਰਖ ਮਹਾਰਾਜ ਨੇ ਕੀਤੀ ਸਿੱਖਾਂ ਦੀ। ਫਿਰ ਦੂਜਾ ਸਮਾਂ ਆਇਆ ਜਦੋਂ ਫਿਰ ਲੰਗਰ ਮਸਤਾਨੇ ਹੋ ਗਏ। ਇਹ ਵੀ ਸਤਿਗੁਰੂ ਦਾ ਕੌਤਕ ਸੀ। ਸਤਿਗੁਰੂ ਜੀ ਸਿੰਘਾਂ ਦਾ ਸਬਰ ਪਰਖ ਰਹੇ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਕੌਤਕ ਰਚਿਆ। ਕਈ ਮਹੀਨੇ ਲੰਗਰ ਪ੍ਰਸ਼ਾਦਾ ਸਿੱਖਾਂ ਨੂੰ ਨਹੀਂ ਮਿਲਿਆ। ਇੱਥੋਂ ਤੱਕ ਜਿਹੜੇ ਘੋੜੇ ਸੀ ਤਬੇਲੇ 'ਚ, ਹਾਥੀ ਸੀ ਸਾਧ ਸੰਗਤ ਜੀ ਜਿਹੜੇ ਮਹਿੰਗੇ ਮਹਿੰਗੇ ਲੱਖਾਂ ਦੇ ਮੁੱਲ ਦੇ, ਉਹ ਵੀ ਵਿਚਾਰੇ ਭੁੱਖੇ ਨੇ। ਹੱਡ ਰਹਿ ਗਏ ਨੇ, ਮਾਸ ਰਹਿ ਗਿਆ, ਸ਼ਕਤੀ ਵਿੱਚ ਸਰੀਰ ਦੇ ਕੋਈ ਨਹੀਂ ਰਹੀ। ਕਿਉਂਕਿ ਕਈ ਮਹੀਨੇ ਲੰਗਰ ਪ੍ਰਸ਼ਾਦਾ ਨਾ ਮਿਲੇ ਤਾਂ ਆਪ ਜੀ ਸੋਚ ਹੀ ਸਕਦੇ ਹੋ ਵੀ ਕੀ ਬਣੇਗਾ। ਇੱਕ ਦਿਨ ਲੰਗਰ ਪ੍ਰਸ਼ਾਦਾ ਨਾ ਮਿਲੇ ਤੇ ਭਾਰੀ ਬਣ ਜਾਂਦੀ ਹੈ, ਪਰ ਕਈ ਮਹੀਨੇ ਲੰਗਰ ਪ੍ਰਸ਼ਾਦਾ ਨਾ ਮਿਲੇ ਫਿਰ ਤਾਂ ਬਹੁਤ ਔਖਾ ਹੈ। ਕਹਿਣ ਸੁਣਨ ਨੂੰ ਸੌਖਾ ਲੱਗਦਾ ਹੁੰਦਾ ਹੈ, ਪਰ ਜਿਹਨੇ ਹੰਢਾਈਆਂ ਬਿਤਾਈਆਂ ਹੁਣ ਉਹਨੂੰ ਪਤਾ ਹੈ। ਸਾਧ ਸੰਗਤ ਜੀ ਸਿੱਖਾਂ ਨੇ ਦੱਸਦੇ ਫਿਰ ਇਤਿਹਾਸ ਵਿੱਚ ਰੁੱਖਾਂ ਦੇ ਪੱਤੇ ਸੱਕ ਉਬਾਲ ਕੇ ਛਕਣਾ ਕੀਤੇ। ਇਸ ਤਰ੍ਹਾਂ ਸਾਧ ਸੰਗਤ ਜੀ ਸਾਰੇ ਸਿੱਖ ਬੜੇ ਭੁੱਖ ਦੇ ਦੁੱਖ ਤੋਂ ਤੰਗ ਨੇ। ਜਿਨ੍ਹਾਂ ਦੀ ਅਵਸਥਾ ਛੋਟੀ ਸੀ ਤੇ ਉਹ ਸਾਧ ਸੰਗਤ ਜੀ ਭੁੱਖ ਦੇ ਦੁੱਖੋਂ ਬਹੁਤ ਪਰੇਸ਼ਾਨ ਨੇ। ਹੱਡ ਦਿਸਣ ਲੱਗ ਪਏ, ਪਸ਼ੂਆਂ ਦੇ ਵੀ, ਘੋੜਿਆਂ ਦੇ ਵੀ, ਹਾਥੀਆਂ ਦੇ ਵੀ ਹੱਡ ਚੰਮ ਦਿਸਣ ਲੱਗ ਪਏ ਆ। ਇੰਝ ਲੱਗਦਾ ਬਸ ਹੁਣ ਵੀ ਪ੍ਰਾਣ ਸਰੀਰ ਵਿੱਚੋਂ ਨਿਕਲੇ। ਫਿਰ ਸਾਧ ਸੰਗਤ ਜੀ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਬੇਲੇ ਵਿੱਚ ਗਏ। ਜਿਹੜਾ ਖਾਸ ਤਬੇਲਾ ਸੀ ਨਾ ਘੋੜਿਆਂ ਦਾ, ਸਤਿਗੁਰੂ ਉੱਥੇ ਗਏ। ਜਿੱਥੇ ਹਾਥੀ ਵੱਜਦੇ ਸੀ ਮਹਾਰਾਜ ਉੱਥੇ ਗਏ। ਉਹ ਜਦੋਂ ਤੁਸੀਂ ਧਿਆਨ ਨਾਲ ਸ਼ਰਧਾ ਨਾਲ ਸੁਣਿਓ, ਧਿਆਨ ਨਾਲ ਇਕਾਗਰਤਾ ਬਣਾ ਕੇ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜਿਆਂ ਵਾਲੇ ਤਬੇਲੇ 'ਚ ਗਏ ਨਾ, ਉਹ ਘੋੜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਖ ਕੇ ਹਿਣਕਣ ਲੱਗ ਪਏ ਤੇ ਆਪਣੇ ਪੌੜ ਸਾਧ ਸੰਗਤ ਜੀ ਜ਼ਮੀਨ ਉੱਤੇ ਮਾਰਨ ਲੱਗ ਪਏ। ਭਾਵ ਉਹ ਘੋੜੇ ਕੀ ਕਹਿ ਰਹੇ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿ ਰਹੇ ਸੀ ਹਿਣਕ ਕੇ, ਮਹਾਰਾਜ ਭੁੱਖੇ ਆ ਕਈ ਮਹੀਨਿਆਂ ਦੇ। ਪੌੜ ਮਾਰ ਰਹੇ ਸੀ ਜ਼ਮੀਨ ਉੱਤੇ, ਹਿਣਕ ਰਹੇ ਸੀ ਤੇ ਇਹ ਗੱਲ ਦੱਸ ਰਹੇ ਸੀ ਕਿ ਕਈ ਮਹੀਨਿਆਂ ਦੇ ਭੁੱਖੇ ਆ ਮਹਾਰਾਜ, ਸਾਨੂੰ ਚਾਰਾ ਪਾਓ, ਪੱਠਾ ਪਾਓ ਮਹਾਰਾਜ, ਭੁੱਖੇ ਆ। ਹਾਥੀ ਵੀ ਸਾਧ ਸੰਗਤ ਜੀ ਸੁੰਡ ਨੂੰ ਹਿਲਾ ਰਹੇ ਸਨ, ਚਿੰਗਾਰ ਰਹੇ ਸਨ ਹਾਥੀ ਵੀ। ਉਹ ਵੀ ਮੰਨ ਲਓ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿ ਰਹੇ ਹੋਣ ਕਿ ਸੱਚੇ ਪਾਤਸ਼ਾਹ ਸਾਨੂੰ ਕੁਝ ਸ਼ਗਨ ਛਕਾਉਣ ਲਈ ਦਿਓ। ਕੀ ਹਾਲਤ ਹੋਈ ਹੋਵੇਗੀ ਉਦੋਂ, ਜੇ ਸਾਨੂੰ ਇੰਨੀ ਤਰ੍ਹਾਂ ਦੇ ਪਦਾਰਥ ਖਾ ਪੀ ਕੇ ਵੀ ਰੱਬ ਨਾ ਚੇਤੇ ਆਵੇ ਤੇ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਜੇ ਸਾਨੂੰ ਇੰਨੇ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਪਦਾਰਥ ਛਕ ਕੇ ਵੀ ਗੁਰੂ ਨਹੀਂ ਨਾ ਚੇਤੇ ਆਉਂਦਾ, ਵਾਹਿਗੁਰੂ ਨਹੀਂ ਚੇਤੇ ਆਉਂਦਾ, ਫਿਰ ਕੋਈ ਚੰਗੀ ਗੱਲ ਤੇ ਹੋਈ ਨਾ। ਫਿਰ ਸਤਿਗੁਰੂ ਸਾਹਿਬ ਜੀ ਸਾਧ ਸੰਗਤ ਜੀ ਉਹ ਤਬੇਲੇ ਦੇ ਵਿੱਚ ਸਾਰਾ ਕੁਝ ਦੇਖ ਕੇ, ਜਿਹੜਾ ਤਬੇਲਿਆਂ ਦਾ ਸੇਵਾਦਾਰ ਸੀ ਨਾ, ਘੋੜਿਆਂ ਦੀ ਸੇਵਾ ਕਰਦਾ, ਹਾਥੀਆਂ ਦੀ ਸੇਵਾ ਕਰਦਾ, ਉਹ ਵੀ ਮਹਾਰਾਜ ਨੂੰ ਕਹਿਣ ਲੱਗਾ, ਸਤਿਗੁਰੂ ਵੇਖੋ ਇਹਨਾਂ ਦਾ ਹਾਲ, ਤੁਹਾਡੇ ਵੱਲ ਦੇਖ ਕੇ ਮੰਗ ਰਹੇ ਪੱਠਾ ਦੱਥਾ, ਕਿਰਪਾ ਕਰੋ ਮਹਾਰਾਜ। ਸਤਿਗੁਰੂ ਕੁਝ ਨਹੀਂ ਬੋਲੇ। ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਵਾਪਸ ਆ ਗਏ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਦੇ ਵਿੱਚੋਂ ਭਾਈ ਰਾਮ ਕੋਇਰ ਜੀ, ਉਹ ਸਾਧ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦੇ ਕੋਲ ਪਹੁੰਚੇ। ਜਦੋਂ ਸਿੰਘਾਂ ਨੂੰ ਪਤਾ ਲੱਗਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਦੇ ਵਿੱਚੋਂ ਭਾਈ ਰਾਮ ਕੋਇਰ ਜੀ ਆਏ ਆ, ਸਿੰਘਾਂ ਨੇ ਭਾਈ ਰਾਮ ਕੋਇਰ ਜੀ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ, ਸਾਡੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕਰੋ ਵੀ ਹੁਣ ਸਾਨੂੰ ਕੁਝ ਛਕਣ ਛਕਾਉਣ ਲਈ ਦਿਓ, ਬਹੁਤ ਔਖਾ ਹੈ ਕੰਮ, ਭੁੱਖ ਤੋਂ ਕਈ ਮਹੀਨੇ ਲੰਘ ਗਏ। ਮਹਾਰਾਜ ਤੁਸੀਂ ਤਾਂ ਕਹਿੰਦੇ ਸੀ ਵੀ ਛਕਣ ਛਕਾਉਣ ਨੂੰ ਪ੍ਰਸ਼ਾਦਾ ਮਿਲੇਗਾ, ਖੁੱਲ੍ਹਾ ਪ੍ਰਸ਼ਾਦਾ, ਲੰਗਰ ਪ੍ਰਸ਼ਾਦਾ ਛਕਿਓ
ਤੇ ਦੁਸ਼ਮਣਾਂ ਨੂੰ ਮਾਰਿਓ, ਪਾਪੀਆਂ ਦਾ ਨਾਸ਼ ਕਰਿਓ। ਸੱਚੇ ਪਾਤਸ਼ਾਹ ਤੇ ਭੁੱਖ ਦੇ ਦੁੱਖੋਂ ਤਾਂਗਾ ਕਿਰਪਾ ਕਰੋ। ਇੱਕ ਦਿਨ ਦਾ ਸਾਧ ਸੰਗਤ ਜੀ ਵਿੱਚ ਵਕਫਾ ਪਾ ਕੇ ਇੱਕ ਦਿਨ ਰੁਕ ਕੇ ਫਿਰ ਭਾਈ ਰਾਮ ਕੋਇਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਗਏ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਤੇ ਫਿਰ ਜਿਵੇਂ ਸਾਧ ਸੰਗਤ ਜੀ ਅੱਗੇ ਇਤਿਹਾਸ ਆ ਰਿਹਾ ਹੈ, ਉਹ ਆਪ ਸਰਬੱਤ ਸੰਗਤਾਂ ਸਰਦਾ ਭਾਵਨਾ ਇਕਾਗਰਤਾ ਬਣਾ ਕੇ ਸਰਵਣ ਕਰੋ ਜੀ। ਸੋਇ ਅਬ ਸਮਾਂ ਆਪ ਪ੍ਰਭ ਕਰੀਏ। ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੁੰਦੇ ਸੀ, ਸਿੱਖਾਂ ਨੇ ਬੇਨਤੀ ਕੀਤੀ ਨਾ, ਭਾਈ ਰਾਮ ਕੋਇਰ ਜੀ ਨੂੰ ਦੱਸਿਆ ਵੀ ਮਹਾਰਾਜ ਕਹਿੰਦੇ ਹੁੰਦੇ ਸਨ ਕਿ ਮਹਾਰਾਜ ਕਹਿੰਦੇ ਸੀ ਪਦਾਰਥ ਮਿਲਣਗੇ ਤੁਹਾਨੂੰ ਛਕਣ ਛਕਾਉਣ ਲਈ, ਪਦਾਰਥ ਛਕਿਓ ਤੇ ਦੁਸ਼ਮਣਾਂ ਨੂੰ ਮਾਰਿਓ। ਮਹਾਰਾਜ ਜਿਹੜਾ ਤੁਸੀਂ ਸਾਨੂੰ ਕਹਿੰਦੇ ਹੁੰਦੇ ਸੀ ਨਾ ਸੋ ਅਬ ਸਮਾਂ, ਉਹ ਹੁਣ ਬਚਨ ਪੂਰੇ ਕਰਨ ਦਾ ਸਮਾਂ ਹੈ। ਪ੍ਰਭ ਕਰੀਏ, ਆਪ ਪ੍ਰਭ ਕਰੀਏ, ਉਹਨਾਂ ਨੂੰ ਪੂਰਿਆਂ ਕਰਨਾ ਕਰੋ। ਮਰਤ ਸਭਨ ਕੇ ਪ੍ਰਾਣ ਉਬਰੀਏ। ਮਹਾਰਾਜ ਸਾਰੇ ਭੁੱਖ ਦੇ ਦੁੱਖੋਂ ਮਰ ਰਹੇ ਨੇ, ਕਿਰਪਾ ਕਰਕੇ ਲੰਗਰ ਪ੍ਰਸ਼ਾਦਾ ਭੋਜਨ ਦੇ ਕੇ ਪ੍ਰਾਣਾਂ ਨੂੰ ਬਚਾ ਲਵੋ। ਦੇਹੋ ਅੰਨ ਜਿਸ ਤੇ ਬਚ ਰਹਿ। ਮਹਾਰਾਜ ਜੀ ਸਿੰਘਾਂ ਨੂੰ ਭਾਈ ਰਾਮ ਕੋਇਰ ਜੀ ਬੇਨਤੀ ਕਰ ਰਹੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਿੰਘਾਂ ਵੱਲੋਂ ਬੇਨਤੀ ਕਰ ਰਹੇ, ਸਭ ਸਿੰਘਾਂ ਵੱਲੋਂ ਮਹਾਰਾਜ ਜੀ ਇਹਨਾਂ ਸਿੰਘਾਂ ਨੂੰ ਭੋਜਨ ਪ੍ਰਸ਼ਾਦਾ ਦਿਓ, ਲੰਗਰ ਪ੍ਰਸ਼ਾਦਾ ਦਿਓ। ਦੇਹੋ ਅੰਨ ਜਿਸ ਤੇ ਬਚ ਰਹੇ। ਮਹਾਰਾਜ ਪ੍ਰਸ਼ਾਦਾ ਦਿਓ ਤਾਂ ਹੀ ਇਹਨਾਂ ਦਾ ਬਚਾਅ ਹੋਵੇਗਾ, ਕਿਉਂਕਿ ਪ੍ਰਾਣ ਜਿਹੜੇ ਨੇ ਉਹ ਭੋਜਨ ਪ੍ਰਸ਼ਾਦੇ ਨਾਲ ਹੀ ਬਚਦੇ ਨੇ। ਸਰੀਰ ਜਿਹੜਾ ਇਹ ਲੰਗਰ ਪ੍ਰਸ਼ਾਦੇ ਨਾਲ ਹੀ ਚੱਲਦਾ ਹੈ। ਮਹਾਰਾਜ ਲੰਗਰ ਪ੍ਰਸ਼ਾਦਾ ਦਿਓ ਤਾਂ ਜੋ ਇਹਨਾਂ ਦੇ ਪ੍ਰਾਣ ਬਚੇ ਰਹਿਣ। ਨਹੀਂ ਸ਼ੁਦਾ ਕੇ ਸੰਕਟ ਸਹਿ। ਮਹਾਰਾਜ ਜੀ ਭੁੱਖੇ ਨੇ, ਬਹੁਤ ਚਿਰ ਦੇ ਭੁੱਖੇ ਨੇ। ਸ਼ੁਦਾ ਦਾ ਅਰਥ ਹੁੰਦਾ ਭੁੱਖੇ। ਕਿਰਪਾ ਕਰਕੇ ਭੁੱਖ ਦਾ ਜਿਹੜਾ ਸੰਕਟ ਹੈ ਨਾ ਬਹੁਤ ਵੱਡਾ ਹੈ ਮਹਾਰਾਜ, ਨਹੀਂ ਤਾਂ ਭੁੱਖ ਕਰਕੇ ਬਹੁਤ ਦੁਖੀ ਪਹਿਲਾਂ ਹੀ ਨੇ, ਹੋਰ ਦੁਖੀ ਹੋਣਗੇ, ਵੱਡਾ ਸੰਕਟ ਸਹਾਰਨਾ ਪਏਗਾ। ਸਭ ਕੀ ਗਤ ਜੁਤ ਕਸ਼ਟ ਨਿਹਾਰੀ। ਸੱਚੇ ਪਾਤਸ਼ਾਹ ਜੀ ਸਭ ਕੀ ਗਤ, ਸਾਰਿਆਂ ਦੀ ਹਾਲਤ ਜਿਹੜੀ ਕਸ਼ਟ ਸਹਿਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਖ ਕੇ। ਜਥਾ ਕਿਰਖੀ ਸੂਕਤ ਬਿਨ ਬਾਰੀ। ਸਾਰਿਆਂ ਦੀ ਹਾਲਤ ਬਹੁਤ ਮਾੜੀ ਸੀ, ਜਿਵੇਂ ਸਾਧ ਸੰਗਤ ਜੀ ਜਲ ਤੋਂ ਬਿਨਾਂ ਖੇਤੀ ਕੁਮਲਾ ਜਾਂਦੀ ਹੈ ਨਾ, ਜਥਾ ਕ੍ਰਿਖੀ ਜਿਵੇਂ ਫਸਲ ਪਾਣੀ ਤੋਂ ਬਗੈਰ ਕੁਮਲਾ ਜਾਂਦੀ ਹੈ, ਮੁਰਝਾ ਜਾਂਦੀ ਹੈ, ਐਵੇਂ ਸਾਰਿਆਂ ਦੇ ਜਿਹੜੇ ਚਿਹਰੇ ਸਨ ਉਹ ਲੰਗਰ ਪ੍ਰਸ਼ਾਦੇ ਤੋਂ ਬਿਨਾਂ ਮੁਰਝਾਏ ਕੁਮਲਾਏ ਹੋਏ ਸਨ ਜੀ। ਇੱਕ ਦਿਨ ਵਿੱਚ ਪਾਏ ਗੁਰ ਪਾਸ। ਇੱਕ ਦਿਨ ਪਾ ਕਰਕੇ ਭਾਈ ਰਾਮ ਕੋਇਰ ਜੀ ਨੇ ਸਭ ਦਿਸ਼ ਤੇ ਕੀਨਸ ਅਰਦਾਸ। ਸਾਰਿਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ, ਅਰਦਾਸ ਕੀਤੀ ਸਤਿਗੁਰੂ ਜੀ ਦੇ ਚਰਨਾਂ ਵਿੱਚ। ਹੱਥ ਜੋਰ ਮੈਂ ਕਹੂੰ ਬਿਰਤੰਤ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਾਈ ਰਾਮ ਕੋਇਰ ਜੀ ਬੇਨਤੀ ਕਰ ਰਹੇ ਆ, ਸਤਿਗੁਰੂ ਜੀ ਮੈਂ ਹੱਥ ਜੋੜ ਕੇ ਸਾਰੇ ਸਿੱਖਾਂ ਦਾ ਜੋ ਬਿਰਤਾਂਤ ਹੈ ਆਪ ਜੀ ਦੇ ਚਰਨਾਂ ਵਿੱਚ ਆਖਦਾ ਹਾਂ। ਸੁਣੀਏ ਪ੍ਰਭ ਮਾਲਕ ਭਗਵੰਤ। ਸੱਚੇ ਪਾਤਸ਼ਾਹ ਤੁਸੀਂ ਕਿਰਪਾਲੂ ਦਿਆਲੂ ਹੋ, ਸਭ ਸਿੱਖਾਂ ਦੀ ਅਰਦਾਸ ਨੂੰ ਸੁਣ ਲਵੋ। ਤੁਸੀਂ ਕਿਰਪਾਲੂ ਦਿਆਲੂ ਭਗਵੰਤ ਹੋ, ਸਭ ਦੇ ਮਾਲਕ ਹੋ। ਨਿਜ ਕੁਟੰਬ ਕੀ ਸੁਧ ਨਹਲੇਤ। ਮਹਾਰਾਜ ਤੁਸੀਂ ਕਿਹੜੇ ਕੌਤਕ ਵਿੱਚ ਹੋ ਸੱਚੇ ਪਾਤਸ਼ਾਹ, ਤੁਸੀਂ ਆਪਣੇ ਪਰਿਵਾਰ ਦੀ ਸਾਰ ਸੰਭਾਲ ਕਿਉਂ ਨਹੀਂ ਕਰਦੇ? ਭਾਵ ਕਿ ਲੰਗਰ ਪ੍ਰਸ਼ਾਦਾ ਕਿਉਂ ਨਹੀਂ ਸਿੱਖ ਸੰਗਤਾਂ ਨੂੰ ਦਿੰਦੇ ਛਕਾਉਂਦੇ? ਜਿਨ ਕੋ ਆਏ ਪੂਜਿਓ ਮਿਰਤ ਹੇਤ। ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਮਿਰਤੂ ਨੇੜੇ ਆ ਪੁੱਜੀ ਹੈ ਲੰਗਰ ਪ੍ਰਸ਼ਾਦੇ ਤੋਂ ਬਿਨਾਂ, ਹੁਣ ਮੌਤ ਕੋਈ ਦੂਰ ਨਹੀਂ ਨੇੜੇ ਹੀ ਹੈ। ਮਹਾਰਾਜ ਪਤਾ ਨਹੀਂ ਸਵਾਸ ਕਿੱਥੇ ਅੜੇ ਹਨ, ਕਿਰਪਾ ਕਰੋ ਲੰਗਰ ਪ੍ਰਸ਼ਾਦਾ ਭੋਜਨ ਦੇਵੋ। ਬਿਨ ਭੋਜਨ ਇੱਕ ਦਿਨ ਬਿਤਵਾਏ। ਭੋਜਨ ਤੋਂ ਬਗੈਰ ਇੱਕ ਦਿਨ ਬਤੀਤ ਕਰਨ ਨਾਲ ਪ੍ਰਾਣੀ ਕੀ ਸੁਧ ਬੁੱਧ ਸਭ ਜਾਏ। ਜੇ ਇੱਕ ਦਿਨ ਪ੍ਰਸ਼ਾਦਾ ਨਾ ਸੱਚੇ ਪਾਤਸ਼ਾਹ ਪ੍ਰਾਪਤ ਹੋਵੇ ਤੇ ਪ੍ਰਾਣੀ ਦੀ, ਮਨੁੱਖ ਦੀ, ਜੀਵ ਦੀ ਸੁਧ ਬੁੱਧ ਵਿਸਰ ਜਾਂਦੀ ਹੈ, ਭੁੱਲ ਜਾਂਦੀ ਖਬਰਸਾਰ। ਇੱਥੇ ਤੇ ਕਈ ਮਹੀਨੇ ਹੋ ਗਏ ਪ੍ਰਸ਼ਾਦਾ ਮਿਲੇ ਨੂੰ। ਪ੍ਰਾਣੀ ਕੀ ਸੁਧ ਬੁੱਧ ਸਭ ਜਾਏ, ਸਾਰੀ ਸੁਧ ਬੁੱਧ ਖਬਰਸਾਰ ਚਲੀ ਜਾਂਦੀ ਹੈ, ਪ੍ਰਸ਼ਾਦਾ ਇੱਕ ਦਿਨ ਨਾ ਮਿਲੇ। ਬੀਤਿਓ ਮਾਸ ਸੁਧਤ ਹੀ ਰਹਤੇ। ਮਹਾਰਾਜ ਇਹਨਾਂ ਸਿੰਘਾਂ ਨੂੰ, ਸਿੱਖਾਂ ਨੂੰ, ਘੋੜਿਆਂ ਨੂੰ, ਹਾਥੀਆਂ ਨੂੰ ਕਈ ਮਹੀਨੇ ਬਤੀਤ ਹੋ ਗਏ ਨੇ ਭੁੱਖਿਆਂ। ਨਹੀਂ ਪਾਉ ਭੀ ਇੱਕ ਦਿਨ ਲਹਤੇ। ਇੱਕ ਦਿਨ ਵੀ ਸੱਚੇ ਪਾਤਸ਼ਾਹ ਪਾਈਆ ਕੁ ਭੋਜਨ ਪਦਾਰਥ ਇਹਨਾਂ ਨੇ ਪ੍ਰਾਪਤ ਨਹੀਂ ਕੀਤਾ। ਨਹੀਂ ਪਾਓ ਵੀ ਇੱਕ ਦਿਨ ਲਹਿਤੇ, ਇੱਕ ਦਿਨ ਵੀ ਸੱਚੇ ਪਾਤਸ਼ਾਹ ਪਾਓ ਭੋਜਨ ਪ੍ਰਾਪਤ ਨਹੀਂ ਹੋਇਆ, ਮਿਲਿਆ ਨਹੀਂ। ਪਾਈਆ ਭੋਜਨ ਕੀ ਹੁੰਦਾ ਹੈ?
ਉਹ ਵੀ ਨਹੀਂ ਪ੍ਰਾਪਤ ਹੋਇਆ। ਕਸ ਕਟ ਬੋਹਰੋ ਜੰਗ ਕਰਨ ਤੇ। ਕਮਰ ਕਸੇ ਨੂੰ ਕਸ ਕਰਕੇ ਆਪਣੇ ਢਿੱਡ ਦੇ ਦੁਆਲੇ ਕਮਰ ਕਸਾ ਕਸ ਕਰਕੇ ਸਾਧ ਸੰਗਤ ਜੀ ਸਿੰਘ ਗੁਜ਼ਾਰਾ ਕਰਦੇ ਨੇ। ਹੁਣ ਕਿੰਨਾ ਕੁ ਸਮਾਂ ਢਿੱਡ ਨੂੰ ਕਸ ਕੇ ਰੱਖਣਗੇ। ਕਮਰ ਦਾ ਅਰਥ ਹੁੰਦਾ ਹੈ ਕਮਰ, ਪੇਟ, ਤੇ ਕਸਣਾ ਉਹ ਜਿਹੜਾ ਕੱਪੜਾ ਕਮਰ ਨੂੰ ਕੱਸਦਾ ਉਹਨੂੰ ਕਮਰ ਕਸਾ ਕਹਿੰਦੇ ਨੇ। ਕਮਰ ਕਸੇ ਦੇ ਨਾਲ ਸਾਧ ਸੰਗਤ ਜੀ ਆਪਣੇ ਪੇਟ ਨੂੰ ਉਦਰ ਨੂੰ ਕਸ ਕੇ ਸਿੰਘ ਜੰਗ ਕਰਦੇ ਰਹੇ ਆ। ਬਿਨ ਆਧਾਰ ਜਾਂ ਤੇ ਬਿਸਮੰਤੇ। ਸੱਚੇ ਪਾਤਸ਼ਾਹ ਹੁਣ ਭੋਜਨ ਹੀ ਆਸਰਾ ਹੁੰਦਾ ਸਰੀਰ ਦਾ। ਹੁਣ ਭੋਜਨ ਦੇ ਆਸਰੇ ਤੋਂ ਬਿਨਾਂ ਨੇ ਜਾਂ ਤੇ ਬਿਸਮੰਤੇ। ਇਸ ਕਰਕੇ ਸੱਚੇ ਪਾਤਸ਼ਾਹ ਸਿੱਖ ਸਾਰੇ ਜਿਹੜੇ ਨੇ ਉਹ ਆਸਰੇ ਤੋਂ ਬਿਨਾਂ ਨੇ ਹੈਰਾਨ ਹਨ ਵੀ ਇਹ ਕੀ ਕੌਤਕ ਹੈ। ਰਾਤ ਸ਼ਕਲ ਮੈਂ ਜਾਗਰਣ ਕਰੈ। ਸਾਰੀ ਰਾਤ ਸੱਚੇ ਪਾਤਸ਼ਾਹ ਜਾਗਦੇ ਰਹਿੰਦੇ ਨੇ, ਸੌਂਦੇ ਵੀ ਨਹੀਂ, ਕਿਉਂਕਿ ਦੁਸ਼ਮਣਾਂ ਦਾ ਘੇਰਾ ਹੈ। ਹੁਣ ਕਈ ਮਹੀਨਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਿਆ ਹੋਵੇ ਤੇ ਸੁੱਤਾ ਜਾਂਦਾ ਭਲਾ। ਹੁਣ ਸਿੰਘ ਰਾਤ ਨੂੰ ਜਾਗ ਕੇ ਸਾਧ ਸੰਗਤ ਜੀ ਰਾਤਾਂ ਬਤੀਤ ਕਰਦੇ। ਹੁਣ ਦੁਸ਼ਮਣਾਂ ਨਾਲ ਤੇ ਲੜਨਾ ਹੀ ਹੈ ਨਾ, ਉਹਨਾਂ ਦੇ ਭਾਅ ਦੇ ਥੋੜਾ ਭੁੱਖੇ ਨੇ। ਦੁਸ਼ਮਣ ਤੇ ਮਾਰਨਾ ਚਾਹੁੰਦੇ ਆ, ਮਕਾਉਣਾ ਚਾਹੁੰਦੇ ਆ, ਖਤਮ ਕਰਨਾ ਚਾਹੁੰਦੇ ਆ। ਹੁਣ ਜੇ ਸਾਧ ਸੰਗਤ ਜੀ ਘਰ ਵਾਲਾ ਸੌਂ ਜਾਵੇ, ਦੁਸ਼ਮਣ ਚੜ੍ਹ ਕੇ ਆਇਆ ਹੋਵੇ ਤੇ ਦੁਸ਼ਮਣ ਆਪਣਾ ਕੰਮ ਕਰ ਜਾਂਦਾ ਹੈ, ਉਹ ਆਪਣਾ ਕੰਮ ਫਤਿਹ ਕਰ ਜਾਂਦਾ ਹੈ। ਸਿੰਘ ਭੁੱਖੇ ਵੀ ਨੇ, ਕਮਰ ਕਸੇ ਦੇ ਨਾਲ ਆਪਣੇ ਸਰੀਰ ਨੂੰ ਕਸ ਕੇ ਰੱਖਦੇ ਨੇ। ਫਿਰ ਜੰਗ ਯੁੱਧ ਵੀ ਕਰਦੇ ਨੇ, ਸਾਰੀ ਰਾਤ ਜਾਗਦੇ ਵੀ ਹਨ। ਬੈਠ ਮੋਰਚਨ ਦਿਨ ਮਹਿਲ ਰਹਿ। ਜਦੋਂ ਦਿਨ ਹੁੰਦਾ ਹੈ ਮੋਰਚਿਆਂ ਵਿੱਚ ਬਹਿ ਜਾਂਦੇ ਆ, ਮੋਰਚਿਆਂ ਵਿੱਚ ਬਹਿ ਕੇ ਜੰਗ ਕਰਦੇ ਹਨ। ਬਾਰਨ ਬਾਜੀ ਵੀਰ ਵਿਸਾਲੇ। ਜਿਹੜੇ ਬਾਰਨ ਘੋੜੇ ਨੇ, ਇਹ ਬਾਰਨ ਹਾਥੀ ਨੇ, ਬਾਜੀ ਜਿਹੜੇ ਘੋੜੇ ਨੇ, ਤੇ ਵੀਰ ਜਿਹੜੇ ਸੂਰਮੇ ਵਿਸਾਲੇ, ਬਹੁਤ ਵੱਡੇ ਵੱਡੇ ਜਿਹੜੇ ਸੂਰਮੇ ਹਨ। ਸਰਬ ਭਾਂਤ ਕੇ ਸੇਵਕ ਜਾਲੇ। ਜਿੰਨੇ ਵੀ ਸੇਵਕ ਸੀ ਸਮੂਹ ਸਾਰੇ ਹੀ ਸੇਵਕ। ਦਰਸ਼ ਆਪ ਕੋ ਇਸੀ ਭਰੋਸੇ। ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਦੇ ਭਰੋਸੇ। ਬੀਤੈ ਸਭ ਦਿਨ ਧਰ ਸੰਤੋਸ਼ੇ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਦਰਸ਼ਨਾਂ ਨੂੰ ਵੇਖ ਕੇ ਸੰਤੋਖ ਧਾਰਨ ਕਰਕੇ ਸਮੇਂ ਨੂੰ ਟਪਾ ਰਹੇ ਨੇ। ਸੰਤੋਖ ਧਾਰਨ ਕੀਤਾ ਹੋਇਆ ਜਿਹੜਾ ਆਪ ਜੀ ਦੇ ਦਰਸ਼ਨਾਂ ਦੀ ਚਾਹਤ ਹੈ। ਆਪ ਜੀ ਤੋਂ ਸਿੱਖ ਓਲੇ ਨਹੀਂ ਹੋਣਾ ਚਾਹੁੰਦੇ। ਆ ਕਈ ਵਾਰ ਸਾਧ ਸੰਗਤ ਜੀ ਸਾਡੇ ਜਿਹੜੇ ਪ੍ਰਚਾਰਕ ਨੇ ਨਾ, ਉਹ ਕਈ ਵਾਰ ਪ੍ਰਚਾਰ ਕਰਦੇ ਦਰਮਿਆਨ ਜਦੋਂ ਸਿੰਘ ਜਿਹੜੇ ਬੇਦਾਵਾ ਦੇ ਕੇ ਗਏ ਸੀ, ਗੱਲਾਂ ਦੇ ਵਿੱਚ ਪ੍ਰਚਾਰ ਦੇ ਵਿੱਚ ਸਿੱਖਾਂ ਨੂੰ ਮਾੜਾ ਕਹਿ ਜਾਂਦੇ ਆ। ਦੋ ਚਾਰ ਗੱਲਾਂ ਕੋਲੋਂ ਕਈ ਵਾਰ ਲਾ ਕੇ ਸੁਣਾ ਜਾਂਦੇ, ਮਸਾਲਾ ਜਿਹਾ ਲਾ ਕੇ ਵੀ ਸਿੰਘ ਅੱਗੋਂ ਬੀਬੀਆਂ ਆਈਆਂ ਘਰੇ। ਜਦੋਂ ਸਿੰਘ ਗਏ ਬੀਬੀਆਂ ਨੇ ਆਖਿਆ ਵੀ ਚੂੜੀਆਂ ਪਾ ਲਓ। ਹੁਣ ਸਿੰਘਾਂ ਦੀਆਂ ਸਿੰਘਣੀਆਂ ਹੋਣ ਤੇ ਜਿਹੜੇ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਰਹਿੰਦੇ ਹੋਣ, ਉਹਨਾਂ ਦੀਆਂ ਸਿੰਘਣੀਆਂ ਕਿਤੇ ਚੂੜੀਆਂ ਪਾਉਣਗੀਆਂ? ਕੀ ਤੁਸੀਂ ਸੋਚ ਸਕਦੇ ਆ ਵੀ ਸਿੰਘਣੀਆਂ ਚੂੜੀਆਂ ਪਾਉਂਦੀਆਂ? ਹੁਣ ਇੱਥੇ ਵੀ ਬਹੁਤ ਸਾਰੇ ਸਿੰਘ ਨੇ, ਆਪ ਜੀ ਨੂੰ ਪਤਾ ਹੋਣਾ, ਆਪ ਜੀ ਦੇ ਪਰਿਵਾਰਾਂ ਵਿੱਚ ਹੀ ਬਹੁਤ ਸਾਰੀਆਂ ਐਸੀਆਂ ਧੀਆਂ ਹੋਣਗੀਆਂ ਜਿਹੜੀਆਂ ਸਿੰਘਣੀਆਂ ਸਜੀਆਂ ਹੋਣਗੀਆਂ। ਕੀ ਉਹ ਸਿੰਘਣੀਆਂ ਚੂੜੀਆਂ ਪਾਈਆਂ? ਹੁਣ ਉਹ ਕਈ ਵਾਰ ਜਿਹੜੇ ਸਿੰਘ ਨੇ ਪ੍ਰਚਾਰਕ ਕਹਿੰਦੇ, ਜਦੋਂ ਸਿੰਘ ਘਰਾਂ ਨੂੰ ਆਏ ਬੇਦਾਵਾ ਦੇ ਕੇ ਤੇ ਘਰ ਵਾਲਿਆਂ ਨੇ ਆਖਿਆ ਆਹ ਲਓ ਚੂੜੀਆਂ ਪਾ ਲਓ। ਭਾਈ ਨਹੀਂ, ਸਿੱਖਾਂ ਦੀ ਤੋਹੀਨ ਨਹੀਂ ਕੀਤੀ। ਇਤਿਹਾਸ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਸੰਗਤ ਤੱਕ ਪਹੁੰਚਾਉਣਾ ਚਾਹੀਦਾ ਹੈ। ਗੁਰੂ ਕਿਰਪਾ ਕਰੇ, ਸਿੰਘ ਸਾਧ ਸੰਗਤ ਜੀ ਸਾਰੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਚੜ੍ਹਦੀ ਕਲਾ ਵਾਲੇ ਸਨ। ਪਰ ਜਿਹੜੇ ਸਾਧ ਸੰਗਤ ਜੀ ਭੁੱਖ ਦੇ ਦੁੱਖੋਂ, ਹੁਣ ਇਹ ਥੋੜਾ ਕਿ ਉਹ ਪਹਿਲੇ ਦਿਨ ਹੀ ਭੱਜ ਕੇ ਆ ਗਏ ਸੀ। ਕਿੰਨੇ ਇਹ ਕੌਤਕ ਸੀ ਸਤਿਗੁਰਾਂ ਦੇ। ਕਈ ਮਹੀਨੇ ਭੁੱਖ ਬਰਦਾਸ਼ਤ ਕਰਨ ਤੋਂ ਬਾਅਦ ਜਦੋਂ ਸਾਧ ਸੰਗਤ ਜੀ ਵੀ ਕੌਤਕ ਸੀ, ਪਰ ਫਿਰ ਵੀ ਸਦਕੇ ਜਾਈਏ ਉਹਨਾਂ ਗੁਰਸਿੱਖਾਂ ਦੇ ਜਿਨ੍ਹਾਂ ਨੇ ਸਾਧ ਸੰਗਤ ਜੀ ਲਿਖਿਆ ਹੋਇਆ ਬੇਦਾਵਾ ਪੜਵਾ ਤੇ ਲਿਆ। ਸਾਡਾ ਬੇਦਾਵਾ ਤੇ ਅਜੇ ਤੱਕ ਉੱਦਾਂ ਹੀ ਲਿਖਿਆ ਪਿਆ, ਪਤਾ ਨਹੀਂ ਕਿਹੜੇ ਜਨਮ 'ਚ ਪੜਵਾਵਾਂਗੇ। ਸਾਡਾ ਬੇਦਾਵਾ ਪਤਾ ਨਹੀਂ ਕਿਹੜੇ ਜਨਮ 'ਚ ਪਾਟੇਗਾ। ਇਸ ਕਰਕੇ ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਹੜੇ ਘੋੜੇ ਨੇ, ਹਾਥੀ ਨੇ,
ਵੱਡੇ ਵੀਰ ਬਸਾਲੇ ਬਹੁਤ ਸੂਰਮੇ ਨੇ, ਸਰਬ ਭਾਂਤ ਕੇ ਸੇਵਕ ਜਾਲੇ। ਦਰਸ ਆਪ ਕੋ ਇਸੀ ਭਰੋਸੇ, ਮਹਾਰਾਜ ਉਹ ਆਪ ਜੀ ਦੇ ਦਰਸ਼ਨਾਂ ਦੇ ਭਰੋਸੇ ਬੀਤੇ ਸਭ ਦਿਨ, ਸਾਰੇ ਦਿਨ ਬਤੀਤ ਕਰਦੇ ਨੇ ਧਰ ਸੰਤੋਸ਼ੇ, ਸੰਤੋਖ ਧਾਰਨ ਕਰਕੇ ਸਮਾਂ ਲਗਾ ਰਹੇ ਹਨ ਜੀ। ਜੀਵਨ ਹੇਤ ਅਪਰਨ ਹੈ ਜਾਨਾ, ਸੱਚੇ ਪਾਤਸ਼ਾਹ ਜੀਵਨ ਹੇਤ, ਜੀਵਨ ਵਾਸਤੇ ਅਪਰ ਨਹਿ ਜਾਣਾ, ਜੀਵਨ ਵਾਸਤੇ ਹੋਰ ਕੁਝ ਨਹੀਂ ਜਾਣਿਆ ਉਹਨਾਂ ਨੇ। ਧਿਆਨ ਆਪ ਕੋ ਜਾਏ ਨਾ ਪ੍ਰਾਨਾ, ਮਹਾਰਾਜ ਜੀ ਸਿੱਖਾਂ ਦਾ ਜਿਹੜਾ ਧਿਆਨ ਹੈ ਨਾ ਉਹ ਆਪ ਜੀ ਦੇ ਚਰਨਾਂ ਵਿੱਚ ਹੈ, ਇਸ ਕਰਕੇ ਸਿੱਖਾਂ ਦੇ ਪ੍ਰਾਣ ਨਹੀਂ ਨਿਕਲਦੇ, ਕਿਉਂਕਿ ਧਿਆਨ ਤੁਹਾਡੇ ਚਰਨਾਂ 'ਚ ਹੈ। ਤੁਹਾਡੇ ਚਰਨਾਂ 'ਚ ਹੋਣ ਕਰਕੇ ਸਿੱਖਾਂ ਦੇ ਪ੍ਰਾਣ ਨਹੀਂ ਨਿਕਲਦੇ, ਨਹੀਂ ਤਾਂ ਕੋਈ ਸਮਰੱਥਾ ਤਾਂ ਸਿੱਖਾਂ ਦੇ ਸਰੀਰਾਂ ਵਿੱਚ ਰਹੀ ਨਹੀਂ। ਇੰਨੇ ਮਹੀਨਿਆਂ ਤੋਂ ਭੁੱਖੇ ਹਨ ਜੀ। ਸਭ ਅਲਪਗਿਆ ਨ ਕਹਾਂ ਗਤ ਜਾਣੈ, ਮਹਾਰਾਜ ਅਸੀਂ ਸਾਰੇ ਅਲਪੱਗ ਹਾਂ। ਅਲਪੱਗ ਦਾ ਮਤਲਬ ਹੁੰਦਾ ਹੈ ਥੋੜੀ ਬੁੱਧੀ ਵਾਲੇ ਹਾਂ। ਸਾਨੂੰ ਇੰਨੀ ਸਿਆਣਪ ਨਹੀਂ, ਸਾਨੂੰ ਇੰਨੀ ਸਮਝ ਨਹੀਂ, ਸਾਨੂੰ ਇੰਨਾ ਗਿਆਨ ਨਹੀਂ ਕਿ ਮਹਾਰਾਜ ਅਸੀਂ ਤੁਹਾਡੇ ਕੌਤਕਾਂ ਨੂੰ ਜਾਣ ਸਕੀਏ। ਲਖੋ ਆਪ ਹੀ ਜੋ ਕਿਰਤ ਛਾਨੈ, ਜੋ ਮਹਾਰਾਜ ਜੀ ਆਪ ਜੀ ਨੇ ਕ੍ਰਿਤ ਕੀਤੀ ਹੋਈ ਹੈ, ਜੋ ਆਪ ਜੀ ਦੇ ਕੌਤਕ ਨੇ, ਤੁਸੀਂ ਆਪ ਦੇ ਕੌਤਕਾਂ ਨੂੰ ਆਪ ਹੀ ਜਾਣਦੇ ਹੋ। ਅਬ ਮਰਬੇ ਮੈਂ ਦੇਰ ਨਾ ਕੋਈ, ਹੁਣ ਸੱਚੇ ਪਾਤਸ਼ਾਹ ਘੋੜਿਆਂ, ਹਾਥੀਆਂ, ਸਿੰਘਾਂ ਦੇ ਮਰਨ ਵਿੱਚ ਦੇਰ ਕੋਈ ਨਹੀਂ। ਪਤਾ ਨਹੀਂ ਕਿਹੜੇ ਵੇਲੇ ਪ੍ਰਾਣ ਨਿਕਲ ਜਾਣ, ਕਿਉਂਕਿ ਹੱਡ ਦਿਸਣ ਲੱਗ ਪਏ, ਚੰਮ ਢਲਕ ਗਿਆ, ਹੱਡ ਚੰਮ ਦਾ ਹੀ ਸਰੀਰ ਰਹਿ ਗਿਆ, ਸੱਤਿਆ ਦੇ ਸਰੀਰ ਵਿੱਚ ਰਹੀ ਕੋਈ ਨਹੀਂ। ਸਦਕੇ ਜਾਈਏ ਉਹਨਾਂ ਗੁਰਸਿੱਖਾਂ ਤੋਂ। ਮੈਂ ਅੱਗੇ ਬੇਨਤੀ ਕੀਤੀ ਹੈ, ਸੁਣ ਲੈਣਾ ਸੁਣਾ ਲੈਣਾ ਸੌਖਾ ਹੈ, ਕਹਿ ਲੈਣਾ ਕਹਾ ਲੈਣਾ ਸੌਖਾ ਹੈ, ਪਰ ਸਾਧ ਸੰਗਤ ਜੀ ਇਸ ਇਤਿਹਾਸ ਨੂੰ ਆਪਣੇ ਪਿੰਡੇ ਹੰਡਾਉਣਾ ਬਹੁਤ ਔਖਾ ਹੈ। ਹੁਣ ਉਹ ਅਬ ਮਰਬੇ ਮਹਿ ਦੇਰ ਨਾ ਕੋਈ, ਮਹਾਰਾਜ ਜੀ ਉਹਨਾਂ ਦੇ ਮਰਨ ਵਿੱਚ ਦੇਰ ਕੋਈ ਨਹੀਂ। ਬੋਲ ਸਕੈ ਨ ਬੇਬਲ ਹੋਈ, ਹੁਣ ਤਾਂ ਸਰੀਰਾਂ ਦੇ ਕੋਲੋਂ ਬੋਲਿਆ ਵੀ ਨਹੀਂ ਜਾਂਦਾ, ਮੁਖ ਤੋਂ ਬੋਲਿਆ ਨਹੀਂ ਜਾਂਦਾ, ਇੰਨਾ ਸਰੀਰ ਨਿਢਾਲ ਹੋ ਗਿਆ, ਕਮਜ਼ੋਰ ਹੋ ਗਿਆ, ਬੋਲ ਨਹੀਂ ਹੁੰਦਾ। ਚਹੂ ਔਰ ਤੁਰਕਨ ਕੋ ਘੇਰਾ, ਚਾਰਿਆਂ ਪਾਸਿਆਂ ਤੋਂ ਕਈ ਮਹੀਨਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਤੁਰਕਾਂ ਨੇ ਘੇਰਾ ਪਾਇਆ ਹੋਇਆ ਹੈ। ਜਾਂਤੇ ਸਭ ਕੋ ਕਸ਼ਟ ਬਡੇਰਾ, ਇਸ ਕਰਕੇ ਵੀ ਸਾਧ ਸੰਗਤ ਜੀ ਬਹੁਤਿਆਂ ਨੂੰ ਵੱਡਾ ਕਸ਼ਟ ਹੈ। ਘੇਰੇ ਦਾ ਵੀ ਸੀ, ਕਿਉਂਕਿ ਸਿੰਘ ਜਿਹੜੇ ਸੀ ਲੜ ਵੀ ਰਹੇ ਸਨ, ਜੰਗ ਯੁੱਧ ਵੀ ਕਰ ਰਹੇ ਸਨ, ਸ਼ਹੀਦੀਆਂ ਵੀ ਪਾ ਰਹੇ ਸਨ। ਇਸ ਕਰਕੇ ਮਹਾਰਾਜ ਜੀ ਉਹ ਵੀ ਦੁੱਖ ਹੈ, ਇਧਰੋਂ ਭੁੱਖ ਦਾ ਦੁੱਖ ਹੈ। ਭੁੱਖ ਦਾ ਦੁੱਖ ਵੀ ਬਹੁਤ ਵੱਡਾ ਮੰਨਿਆ ਹੋਇਆ ਹੈ। ਜਾਂ ਤੇ ਸਭ ਕੋ ਕਸ਼ਟ ਵਡੇਰਾ, ਇਸ ਕਰਕੇ ਸਭਨਾਂ ਨੂੰ ਕਸ਼ਟ ਵੱਡਾ ਹੈ। ਦੋਹਰਾ ਸੁਨ ਕਰ ਬਿਨੈ ਜੋ ਮੈਂ ਕਹੀ, ਕਿਰਪਾ ਨਿਧਾਨ ਸੁਜਾਨ। ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ, ਭਾਈ ਰਾਮ ਕੋਇਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕਰ ਰਹੇ ਆ। ਭਾਈ ਰਾਮ ਕੋਇਰ ਜੀ ਦੀ ਬੇਨਤੀ ਨੂੰ ਸੁਣ ਕੇ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਸੁਜਾਨ ਚਤੁਰ ਸਿਆਣੇ ਪਾਤਸ਼ਾਹ ਜੀ ਕਹਿਣ ਲੱਗੇ, ਦੋਹਰਾ ਸੁਨ ਕਰ ਬਿਨੈ ਜੋ ਮੈਂ ਕਹੀ, ਕਿਰਪਾ ਨਿਧਾਨ ਸੁਜਾਨ। ਸੁਣ ਕਰ ਬਿਨੈ ਜੋ ਮੈਂ ਕਹੀ। ਭਾਈ ਰਾਮ ਕੋਇਰ ਜੀ ਨੇ ਜਿਹੜੀ ਬੇਨਤੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਕੀਤੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਬੇਨਤੀ ਨੂੰ ਸੁਣ ਲਿਆ। ਕਿਰਪਾ ਕਰਨ ਵਾਲੇ ਨੇ, ਨਿਧਾਨ ਕਿਰਪਾ ਦੇ ਖਜ਼ਾਨੇ ਨੇ। ਸਾਧ ਸੰਗਤ ਜੀ ਆਪ ਜੀ ਨੂੰ ਮੈਂ ਸਿੱਧੀਆਂ ਕੁਝ ਬੇਨਤੀਆਂ ਕਰਦਾ। ਸਤ ਸੰਗਤ ਵਿੱਚ ਜਿਹੜੀ ਸਤ ਸੰਗਤ ਆਉਂਦੀ ਹੈ ਨਾ, ਇੱਥੇ ਸੰਗਤ ਵਿੱਚ ਜਿਹੜੇ ਸਰੋਤੇ ਬਹਿੰਦੇ ਨੇ, ਸਰੋਤਾ ਕਹਿੰਦੇ ਨੇ ਸੁਣਨ ਵਾਲੇ ਨੂੰ, ਤੇ ਬਖਤਾ ਕਹਿੰਦੇ ਨੇ ਬੋਲਣ ਵਾਲੇ ਨੂੰ। ਸਰੋਤੇ ਦੇ 14 ਗੁਣ ਹੁੰਦੇ ਨੇ, ਬਖਤੇ ਦੇ ਵੀ 14 ਗੁਣ ਹੁੰਦੇ ਨੇ। 14 ਗੁਣ ਸਰੋਤੇ 'ਚ ਹੋਣ ਤੇ 14 ਗੁਣ ਬਖਤੇ 'ਚ ਹੋਣ, ਫਿਰ ਆਨੰਦ ਬਣਦਾ ਕਥਾ ਕਰਨ ਦਾ, ਕਥਾ ਸੁਣਨ ਦਾ। 14 ਗੁਣ ਸੰਗਤ ਵਿੱਚ ਲੱਭਣੇ ਵੀ ਬਹੁਤ ਔਖੇ ਨੇ ਅੱਜ ਕੱਲ੍ਹ, ਤੇ 14 ਗੁਣ ਬੋਲਣ ਵਾਲੇ ਵਿੱਚ ਵੀ ਲੱਭਣੇ ਬਹੁਤ ਔਖੇ ਹੈ। ਗੁਰੂ ਕਿਰਪਾ ਕਰੇ ਉਹ 14 ਗੁਣ ਆ ਜਾਣ ਸਾਡੇ 'ਚ। ਇਸ ਕਰਕੇ ਜੇ ਕਥਾ ਨੂੰ ਬੜੇ ਵਿਸਥਾਰ ਸਹਿਤ ਕਰੀਏ ਤੇ ਕਥਾ ਸਮਾਂ ਮੰਗਦੀ ਹੈ। ਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਇਤਿਹਾਸ ਜਿਹੜਾ ਹੈ, ਇਹਨੇ ਧਿਆਨ ਨਾਲ, ਪਿਆਰ ਨਾਲ, ਸਤਿਕਾਰ ਨਾਲ ਲਿਖਿਆ ਹੈ। ਗੁਰੂ ਕਾ ਇਹ ਗੁਰ ਇਤਿਹਾਸ ਸੁਣਦਿਆਂ ਇੰਜ ਲੱਗਦਾ ਜਿਵੇਂ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਹੋਵੇ, ਪਰ ਪਤਾ ਨਹੀਂ ਕਿਉਂ
ਆਪਾਂ ਇਸ ਗੁਰੂ ਕੇ ਪਿਆਰੇ ਇਤਿਹਾਸ ਤੋਂ ਦੂਰ ਹਾਂ। ਇਸ ਸਾਰੇ ਇਤਿਹਾਸ ਦੀਆਂ ਸੀਡੀਆਂ ਵੀ ਮਿਲ ਜਾਂਦੀਆਂ ਆਡੀਓ ਵਿੱਚ। ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਗਿਆਨੀ ਹਰਭਜਨ ਸਿੰਘ ਜੀ ਢੁੱਡੀਕੇ ਵਾਲੇ, ਉਹਨਾਂ ਨੇ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਪੂਰਨ ਕਥਾ ਕੀਤੀ ਹੈ। ਉਹ ਵੀ ਤੁਸੀਂ ਸੁਣ ਸਕਦੇ ਹੋ। ਰੋਜ਼ ਇੱਕ ਪ੍ਰਸੰਗ ਸੁਣੋ, ਰੋਜ਼ ਇੱਕ ਪ੍ਰਸੰਗ ਸੁਣੋ ਤੇ ਸਤਿਗੁਰੂ ਜੀ ਦੀ ਕਿਰਪਾ ਬਹੁਤ ਹੋ ਜਾਂਦੀ ਹੈ। ਜੇ ਇੱਕ ਇੱਕ ਪਦ ਦੇ ਅਰਥ ਕਰੀਏ ਤੇ ਆਨੰਦ ਹੋਰ ਵੀ ਬਣਦਾ ਹੈ, ਪਰ ਸਮੇਂ ਦੀ ਘਾਟ ਹੋ ਜਾਂਦੀ ਹੈ। ਹੁਣ ਜਿਵੇਂ ਸੁਣ ਕਰ ਬਿਨੈ ਜੋ ਮੈਂ ਕਹੀ, ਭਾਈ ਰਾਮ ਕੌਰ ਜੀ ਕਹਿੰਦੇ ਜੋ ਮੈਂ ਸਤਿਗੁਰੂ ਦੇ ਬਿਨੈ ਬੇਨਤੀ ਕੀਤੀ, ਸਤਿਗੁਰੂ ਨੇ ਉਹ ਸੁਣ ਲਈ। ਕਿਰਪਾ ਕਰਨ ਵਾਲੇ। ਨਿਧਾਨ ਦਾ ਅਰਥ ਹੁੰਦਾ ਖਜ਼ਾਨਾ, ਸੁਜਾਨ ਦਾ ਅਰਥ ਹੁੰਦਾ ਚਤੁਰ ਸਿਆਣੇ, ਸੂਝਵਾਨ ਸਤਿਗੁਰੂ ਸਾਹਿਬ ਜੀ। ਦੇਣ ਲੱਗੇ ਪੁਨ ਅਨ ਕੋ ਬਰ ਪਰਖੇ ਸਿੰਘ ਮਹਾਨ। ਫਿਰ ਸਤਿਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਅਨਾਜ ਦੇਣਾ ਸਾਧ ਸੰਗਤ ਜੀ ਸ਼ੁਰੂ ਕਰ ਲਿਆ। ਦੇਣ ਲੱਗੇ ਪੁਨ ਅੰਨ ਕੋ। ਅੰਨ ਜਿਹੜਾ ਸੀ ਲੰਗਰ ਪ੍ਰਸ਼ਾਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਗਤਾਂ ਨੂੰ ਦੇਣਾ ਚਾਹਿਆ। ਪਰਖੇ ਸਿੰਘ ਮਹਾਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਭਾਈ ਰਾਮ ਕੌਰ ਜੀ, ਮੈਂ ਤਾਂ ਆਪਣੇ ਸਿੰਘਾਂ ਨੂੰ ਪਰਖ ਰਿਹਾ ਸੀ। ਵੇਖੋ ਕਿੱਡਾ ਵੱਡਾ ਪਰਚਾ ਸਤਿਗੁਰਾਂ ਨੇ ਪਾਇਆ ਤੇ ਗੁਰੂ ਕੇ ਸਿੰਘ ਵੀ ਪਾਸ ਹੋਏ। ਮਹਾਰਾਜ ਕਹਿੰਦੇ ਮੈਂ ਉਹਨਾਂ ਨੂੰ ਪਰਖ ਲਿਆ, ਆਪਣੇ ਸਿੰਘਾਂ ਨੂੰ ਸਿੱਖਾਂ ਨੂੰ ਪਰਖ ਲਿਆ ਹੈ। ਸੋ ਕੋਈ ਦੇ ਕਰ ਕਸ਼ਟ ਸੁਧ ਉਰ ਕਰੇ। ਮਹਾਰਾਜ ਕਹਿੰਦੇ ਸਿੱਖਾਂ ਨੂੰ ਕਸ਼ਟ ਦੇ ਕੇ ਸ਼ੁੱਧ ਕੀਤਾ ਹੈ। ਜਿਵੇਂ ਸਾਧ ਸੰਗਤ ਜੀ ਸੋਨੇ ਨੂੰ ਸ਼ੁੱਧ ਕਰਦੇ ਨੇ ਨਾ, ਸੁਨਿਆਰੇ ਸੋਨੇ ਨੂੰ ਕੁਠਾਲੀ ਵਿੱਚ ਪਾ ਕੇ ਥੱਲੇ ਅੱਗ ਬਾਲਦੇ ਨੇ। ਸੋਨਾ ਸਾਧ ਸੰਗਤ ਜੀ ਜਿੰਨਾ ਸਮਾਂ ਉਹਦੇ 'ਚ ਮੈਲ ਹੁੰਦੀ ਹੈ ਭੱਜਦਾ ਰਹਿੰਦਾ ਹੈ। ਸਾਧ ਸੰਗਤ ਜੀ 12 ਮੰਨੀ ਦਾ ਸੋਨਾ ਕਿਵੇਂ ਸੋਨੇ ਨੂੰ ਸ਼ੁੱਧ ਕਰਦੇ ਨੇ, ਸੋਨੇ ਦੀ ਮੈਲ ਸਾੜਦੇ ਨੇ। ਤੇ ਸੋਨਾ ਜੇ ਗੱਲ ਕਹੇ ਕਿ ਮੈਨੂੰ ਕਿਉਂ ਸਾੜਿਆ ਜਾਂਦਾ ਹੈ, ਕਿਉਂ ਅੱਗ ਤੇ ਉੱਤੇ ਤਪਾਇਆ ਜਾਂਦਾ ਹੈ, ਜੇ ਸੋਨਾ ਅੱਗ ਤੋਂ ਡਰੂਗਾ ਤੇ ਸਾਧ ਸੰਗਤ ਜੀ ਸੋਨਾ ਨਹੀਂ ਬਣ ਸਕੂਗਾ। ਫਿਰ ਸੋਨੇ ਦੇ ਵਿੱਚ ਮੈਲ ਰਹੂਗੀ। ਇੱਕ ਗੱਲ ਮੈਂ ਆਪ ਜੀ ਨੂੰ ਕਹਾਂ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪੰਥ ਚਲਾਇਆ ਹੈ। ਸ੍ਰੀ ਗੁਰੂ ਗੋਬਿੰਦ ਨਿਰਮਲ ਪੰਥ ਚਲਾਇਆ, ਨਿਰਮਲ ਪੰਥ, ਪਵਿੱਤਰ ਪੰਥ ਚਲਾਇਆ ਹੈ। ਨਿਰਮਲ ਹੋਣ ਵਾਸਤੇ ਕਸ਼ਟ ਵਿੱਚੋਂ ਲੰਘਣਾ ਹੀ ਪੈਂਦਾ ਹੈ। ਜੇ ਪਵਿੱਤਰ ਹੋਣਾ ਹੈ, ਨਿਰਮਲ ਹੋਣਾ ਹੈ, ਸਾਫ ਸੁਥਰੇ ਹੋਣਾ ਹੈ ਤੇ ਸਾਧ ਸੰਗਤ ਜੀ ਕਸ਼ਟ ਸਹਾਰਨਾ ਹੀ ਪੈਣਾ। ਲੋਹਾ ਸ਼ਸਤਰ ਤਾਂ ਬਣਦਾ ਜੇ ਅੱਗ ਵਿੱਚ ਸੜੇ, ਤਪੇ, ਲਾਲ ਹੋਵੇ। ਸ਼ਸਤਰ ਤਾਂ ਬਣਦਾ ਜੇ ਹਥੌੜੇ ਆਪਣੇ ਉੱਤੇ ਸਹਾਰੇ। ਵੇਖੋ ਆ ਲੱਕੜੀ ਹੈ, ਇੱਟਾਂ ਨੇ, ਇਹ ਸਾਧ ਸੰਗਤ ਜੀ ਇੱਟਾਂ ਤਾਂ ਕਿਸੇ ਦੇ ਘਰ ਦਾ ਸ਼ਿੰਗਾਰ ਬਣਦੀਆਂ ਜੇ ਪੱਠੇ ਵਿੱਚ ਸੜਨ ਤਾਂ। ਲੱਕੜੀ ਤਾਂ ਕਿਸੇ ਦੇ ਘਰ ਦਾ ਸ਼ਿੰਗਾਰ ਬਣਦੀ ਹੈ। ਆ ਸਾਡੇ ਘਰਾਂ ਵਿੱਚ ਬੂਹੇ ਬਾਰੀਆਂ ਦਰਵਾਜ਼ੇ ਨੇ, ਘਰ ਦਾ ਸ਼ਿੰਗਾਰ ਬਣੇ ਨੇ ਤਾਂ ਬਣੇ ਨੇ, ਪਹਿਲਾਂ ਆਰੇ ਨਾਲ ਚਿਰਵਾਇਆ ਹੈ ਨਾ। ਜਿੰਨਾ ਸਮਾਂ ਬੰਦਾ ਕਸ਼ਟ ਨਹੀਂ ਨਾ ਸਹਾਰਦਾ, ਉਹਨਾਂ ਸਮਾਂ ਬੰਦੇ ਦੇ ਵਿੱਚ ਨਿਖਾਰ ਨਹੀਂ ਆਉਂਦਾ। ਆਪਾਂ ਕਈ ਵਾਰ ਕਹਿੰਦੇ ਆ ਮੇਰੀ ਜੀ ਢਿੱਡ ਪੀੜ ਹੋਣ ਲੱਗ ਪਈ, ਮੈਂ ਤੇ ਇੰਨੀ ਸੇਵਾ ਗੁਰਦੁਆਰੇ ਕਰਦਾ, ਫਿਰ ਵੀ ਮੇਰੀ ਢਿੱਡ ਪੀੜ ਹੁੰਦੀ ਰਹਿੰਦੀ, ਹਟਦੀ ਨਹੀਂ। ਮਾੜਾ ਜਿਹਾ ਦੁੱਖ ਹੋਵੇ, ਸਿਰ ਪੀੜ ਹੋਵੇ ਜਾਂ ਕੋਈ ਮਾਮੂਲੀ ਜਿਹਾ ਦੁੱਖ ਹੋਵੇ, ਕਈ ਵਾਰ ਅਸੀਂ ਸਤਿਗੁਰੂ ਨੂੰ ਉਲਾਮੇ ਦੇਣ ਲੱਗ ਜਾਂਦੇ ਆ। ਮਹਾਰਾਜ ਮੈਂ ਤਾਂ ਰੋਜ਼ ਗੁਰਦੁਆਰੇ ਆਉਣਾ, ਮੈਂ ਤਾਂ ਰੋਜ਼ ਸੇਵਾ ਕਰਦਾ, ਮੈਂ ਤਾਂ ਰੋਜ਼ ਭਾਂਡੇ ਮਾਂਜਦਾ ਜਾਂ ਮਾਂਜਦੀ ਹਾਂ, ਮੈਂ ਤਾਂ ਰੋਜ਼ ਨਾਮ ਜਪਦਾ, ਬਾਣੀ ਪੜ੍ਹਦੀ ਹਾਂ, ਫਿਰ ਵੀ ਸੱਚੇ ਪਾਤਸ਼ਾਹ ਮੇਰੇ ਉੱਤੇ ਕਸ਼ਟ ਹੈ। 84 ਦੇ ਵਿੱਚ ਜਦੋਂ ਸਿੰਘਾਂ ਨੂੰ ਸਾਧ ਸੰਗਤ ਜੀ ਨਿਰਦੋਸ਼ਿਆਂ ਨੂੰ ਸਾਧ ਸੰਗਤ ਜੀ ਸ਼ਹੀਦ ਕੀਤਾ ਗਿਆ, ਤਸੀਹੇ ਦਿੱਤੇ ਗਏ, ਉਸ ਵੇਲੇ ਇੱਕ ਬੱਚਾ ਵੀ ਸਾਧ ਸੰਗਤ ਜੀ ਪੁਲਿਸ ਦੀ ਹਿਰਾਸਤ ਵਿੱਚ ਆ ਗਿਆ। ਜਿਹੜੀ ਫੌਜ, ਜਿਹੜੀ ਆਰਮੀ ਉੱਥੇ ਆਈ ਸੀ, ਉਹਦੀ ਹਿਰਾਸਤ ਵਿੱਚ ਆ ਗਿਆ, ਕਿਉਂਕਿ ਬਹੁਤ ਸਾਰੇ ਬੱਚੇ ਵੀ ਸ਼ਹੀਦ ਕੀਤੇ ਗਏ। ਉਸ ਬੱਚੇ ਨੂੰ ਉਹਨਾਂ ਫੌਜੀਆਂ ਨੇ ਬਹੁਤ ਕੁੱਟਿਆ, ਮਾਰਿਆ। ਉਹ ਬੱਚਾ ਛੋਟੀ ਉਮਰ ਦਾ ਸੀ, ਰੋਣ ਲੱਗ ਪਿਆ, ਰੋਂਦਾ ਰੋਂਦਾ ਗੱਲਾਂ ਕਰਦਾ। ਉਹਦੇ ਕੋਲ ਇੱਕ ਬਜ਼ੁਰਗ ਸੀ, ਉਹ ਬੱਚਾ ਰੋਂਦਾ ਰੋਂਦਾ ਗੱਲਾਂ ਕਰਦਾ ਵੀ ਜਦੋਂ ਮੈਂ ਘਰੇ ਜਾਵਾਂਗਾ ਨਾ, ਤੇ ਘਰੇ ਜਾ ਕੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਾਂਗਾ, ਬਾਬਾ ਜੀ ਮੈਂ ਕੀ ਕਿਸੇ ਦਾ ਵਿਗਾੜਿਆ ਸੀ, ਇੰਨੀ ਕੁੱਟ ਮਾਰ ਮੈਨੂੰ ਕਿਉਂ ਪਈ ਹੈ। ਮੈਂ ਬਾਬਾ ਜੀ ਨੂੰ ਜਾ ਕੇ ਪੁੱਛੂੰਗਾ। ਬਾਬਾ ਜੀ ਕਿਹੜੇ?
ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਉਹ ਬੱਚਾ ਕਹਿਣ ਲੱਗਾ ਮੈਂ ਬਾਬਾ ਜੀ ਨੂੰ ਜਾ ਕੇ ਪੁੱਛੂੰਗਾ ਵੀ ਬਾਬਾ ਜੀ ਮੈਨੂੰ ਇੰਨੀ ਕੁੱਟ ਮਾਰ ਕਿਉਂ ਪਈ ਹੈ, ਮੈਂ ਕੀ ਕਿਸੇ ਦਾ ਵਿਗਾੜਿਆ ਸੀ, ਮੈਂ ਕੀ ਕਿਸੇ ਦਾ ਮਾੜਾ ਕੀਤਾ ਸੀ, ਮੈਂ ਬਾਬਾ ਜੀ ਨੂੰ ਜਾ ਕੇ ਪੁੱਛੂੰਗਾ। ਦੁੱਖ ਸੀ ਉਹਨੂੰ ਮਾਰਦਾ। ਉਹ ਜਿਹੜਾ ਕੋਈ ਲਾਗੇ ਸਿਆਣਾ ਬਜ਼ੁਰਗ ਸੀ ਨਾ, ਉਹ ਉਸ ਬੱਚੇ ਨੂੰ ਕਹਿਣ ਲੱਗਾ ਪੁੱਤਰ ਇਹ ਨਾ ਪੁੱਛੀ ਮਹਾਰਾਜ ਨੂੰ ਵੀ ਇੰਨੀ ਮੈਨੂੰ ਮਾਰ ਕੁੱਟ ਕਿਉਂ ਪਈ, ਮੈਂ ਕਿਸੇ ਦਾ ਕੀ ਵਿਗਾੜਿਆ ਸੀ। ਉਹ ਬੱਚਾ ਕਹਿੰਦਾ ਨਹੀਂ ਨਹੀਂ ਬਾਪੂ ਜੀ ਮੈਂ ਪੁੱਛੂੰਗਾ ਮਹਾਰਾਜ ਨੂੰ ਵੀ ਮੈਨੂੰ ਇੰਨੀ ਕੁੱਟ ਕਿਉਂ ਪਈ ਹੈ। ਉਹ ਬਜ਼ੁਰਗ ਕਹਿਣ ਲੱਗਾ ਪੁੱਤਰ ਇਹ ਗੱਲ ਨਾ ਪੁੱਛੀ। ਉਹ ਬੱਚਾ ਫਿਰ ਕਹਿੰਦਾ ਮੈਂ ਪੁੱਛਾਂਗਾ। ਬਜ਼ੁਰਗ ਕਹਿਣ ਲੱਗਾ ਪੁੱਤਰ ਜੇ ਤੂੰ ਬਾਬਾ ਜੀ ਨੂੰ ਪੁੱਛੇਂਗਾ ਵੀ ਮੈਨੂੰ ਇੰਨੀ ਕੁੱਟ ਕਿਉਂ ਪਈ ਹੈ ਤੇ ਤੈਨੂੰ ਫਿਰ ਬਾਬਾ ਜੀ ਗੁਰੂ ਅਰਜਨ ਸਾਹਿਬ ਪੁੱਛਣਗੇ ਮੇਰਾ ਕੀ ਕਸੂਰ ਸੀ, ਮੈਨੂੰ ਕਿਉਂ ਤੱਤੀ ਲੋਹ ਤੇ ਬਿਠਾ ਲਿਆ। ਫਿਰ ਸਤਿਗੁਰੂ ਵੀ ਤੈਨੂੰ ਪੁੱਛਣਗੇ। ਫਿਰ ਭਾਈ ਮਨੀ ਸਿੰਘ ਤੈਨੂੰ ਪੁੱਛਣਗੇ ਦੱਸ ਸਾਡਾ ਕੀ ਕਸੂਰ ਸੀ, ਸਾਡੇ ਕਿਉਂ ਬੰਦ ਕੱਟੇ ਐ। ਫਿਰ ਭਾਈ ਤਾਰੂ ਸਿੰਘ ਤੈਨੂੰ ਪੁੱਛਣਗੇ ਸਾਡਾ ਕਿਉਂ ਖੋਪੜਾ ਲਾਇਆ ਗਿਆ ਸੀ, ਸਾਡਾ ਕੀ ਕਸੂਰ ਸੀ। ਤੈਨੂੰ ਸਭ ਸ਼ਹੀਦ ਸਿੰਘ ਪੁੱਛਣਗੇ ਵੀ ਦੱਸ ਸਾਡਾ ਕੀ ਪੁੱਤਰਾ ਕਸੂਰ ਸੀ, ਸਾਨੂੰ ਕਿਉਂ ਚਰਖੜੀਆਂ ਤੇ ਚਾੜਿਆ, ਦੇਗਿਆਂ 'ਚ ਉਬਾਲਿਆ, ਰੂਹ 'ਚ ਲਪੇਟ ਕੇ ਸਾੜਿਆ, ਸਾਡਾ ਕੀ ਕਸੂਰ ਸੀ। ਤੇ ਮੈਂ ਕਈ ਵਾਰ ਕਹਿਣਾ ਹੁੰਨਾ ਸਿੱਖੋ 22 ਦਿਨ ਖੋਪੜਾ ਲੱਥਾ ਰਿਹਾ, ਕਿਤੇ ਇੱਕ ਇਤਿਹਾਸ ਦੀ ਪੋਥੀ ਵਿੱਚ ਦੱਸੋ ਭਾਈ ਤਾਰੂ ਸਿੰਘ ਨੇ ਸੀ ਕੀਤੀ ਹੋਵੇ, ਭਾਈ ਮਨੀ ਸਿੰਘ ਜੀ ਨੇ ਬੰਦ ਕਹਿ ਕੇ ਕਟਵਾਏ, ਕਿਤੇ ਇਤਿਹਾਸ ਦੀ ਇੱਕ ਪੋਥੀ 'ਚ ਦੱਸੋ ਭਾਈ ਮਨੀ ਸਿੰਘ ਜੀ ਨੇ ਸੀ ਕੀਤੀ ਹੋਵੇ ਜਾਂ ਉਸ ਜਲਾਦ ਦਾ ਹੱਥ ਫੜਿਆ ਹੋਵੇ। ਉਹ ਦਰਦ ਹੁੰਦਾ ਹੁਣ ਬਸ ਕਰ, ਦੱਸੋ। ਆਪ ਬੰਦ ਕਹਿ ਕੇ ਕਟਵਾਏ। ਇੱਕ ਪਾਸੇ ਉਹ ਸਿੱਖ ਸੀ, ਇੱਕ ਪਾਸੇ ਅਸੀਂ ਸਿੱਖਾਂ। ਮਾੜੀ ਜੀ ਢਿੱਡ ਪੀੜ ਹੋਵੇ ਤੇ ਗੁਰੂ ਨੂੰ ਉਲਾਮੇ ਦੇਣ ਲੱਗ ਜਾਂਦੇ ਆ। ਮਹਾਰਾਜ ਮਾੜਾ ਜਿਹਾ ਦੁੱਖ ਸਾਡੇ ਸਰੀਰ ਉੱਤੇ ਆਵੇ ਤੇ ਗੁਰੂ ਨੂੰ ਉਲਾਮੇ ਦੇਣ ਲੱਗ ਜਾਂਦੇ ਆ। ਇੰਨੇ ਦੁੱਖ ਤਾਂ ਸਾਡੇ ਉੱਤੇ ਨਾ ਆਉਣੇ ਨੇ ਤੇ ਨਾ ਸਾਧ ਸੰਗਤ ਸਾਡੇ ਤੋਂ ਝਾਲੀ ਹੋਣੇ ਨੇ। ਗੁਰੂ ਸਾਹਿਬ ਕਿਰਪਾ ਕਰਨ। ਮਹਾਰਾਜ ਸਾਹਿਬ ਕਹਿੰਦੇ ਮੈਂ ਤਾਂ ਸਿੱਖਾਂ ਦੀ ਪਰਖ ਕੀਤੀ ਹੈ ਤੇ ਵਾਕਈ ਸਿੱਖ ਪਰਖ ਵਿੱਚੋਂ ਪਾਸ ਹੋਏ ਨੇ। ਦੇ ਘਰ ਕਸ਼ਟ ਸੁਧ ਔਰ ਕੀ ਕਰੇ। ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਕਸ਼ਟ ਦੇ ਕੇ ਸ਼ੁੱਧ ਕੀਤਾ। ਘੋੜੇ ਦੇ ਉੱਤੇ ਕੋਈ ਘੋੜ ਸਵਾਰ ਬੈਠਾ ਹੋਵੇ, ਘੋੜੇ ਨੂੰ ਉਹ ਘੋੜ ਸਵਾਰ ਭਜਾ ਰਿਹਾ ਹੋਵੇ, ਉਹਦੀ ਲਗਾਮ ਖਿੱਚ ਰਿਹਾ ਹੋਵੇ ਤੇ ਸਾਧ ਸੰਗਤ ਜੀ ਘੋੜਾ ਇਹ ਗੱਲ ਸੋਚੇ ਵੀ ਮੈਨੂੰ ਮੇਰਾ ਸਵਾਰ ਤੰਗ ਕਰ ਰਿਹਾ ਹੈ। ਇਹ ਘੋੜੇ ਦੀ ਗਲਤ ਫਹਿਮੀ ਹੈ। ਸਵਾਰ ਉਹਨੂੰ ਤੰਗ ਨਹੀਂ ਕਰ ਰਿਹਾ, ਘੋੜੇ ਤੇ ਬੈਠਾ ਸਵਾਰ ਉਹਦੀ ਲਗਾਮ ਖਿੱਚ ਕੇ ਉਹਨੂੰ ਭਜਾ ਰਿਹਾ ਹੈ। ਘੋੜਾ ਭੱਜ, ਜੇ ਤੂੰ ਤੇਜ਼ ਭੱਜੇਗਾ ਤਾਂ ਹੀ ਦੂਜਿਆਂ ਘੋੜਿਆਂ ਨਾਲੋਂ ਇੱਕ ਨੰਬਰ ਤੇ ਆਏਗਾ, ਜਿੱਤੇਗਾ। ਸਤਿਗੁਰੂ ਸਾਹਿਬ ਜੀ ਆਪਣੇ ਖਾਲਸੇ ਨੂੰ ਇਹੋ ਜਿਹਾ ਬਣਾਉਣਾ ਚਾਹੁੰਦੇ ਆ ਵੀ ਨਿੱਕੀਆਂ ਮੋਟੀਆਂ ਬਿਮਾਰੀਆਂ ਤੇ ਕੀ ਸਾਰੀ ਦੁਨੀਆ ਖਾਲਸੇ ਦਾ ਲੋਹਾ ਮੰਨਦੀ ਹੈ। ਜੇ ਸਤਿਗੁਰੂ ਨੇ ਇਹੋ ਜਿਹੇ ਪਰਚੇ ਨਾ ਪਾਏ ਹੁੰਦੇ ਤੇ ਸਿੱਖੋ ਅਸੀਂ ਤੇ ਮਾੜੇ ਦੁੱਖ ਤੋਂ ਹਾਏ ਕਰਦੇ ਕੁਰਲਾਉਂਦੇ ਦੁਖੀ ਹੁੰਦੇ। ਏਡੇ ਪਰਚੇ ਸਤਿਗੁਰੂ ਸਾਹਿਬ ਨੇ ਪਾਏ ਆ, ਤਾਂ ਕਰਕੇ ਸਭ ਦੁਨੀਆ ਸਿੱਖਾਂ ਦਾ ਲੋਹਾ ਮੰਨਦੀ। ਦੇ ਕਰ ਕਸ਼ਟ ਸੁਧ ਔਰ ਕਰੇ। ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਕਸ਼ਟ ਦੇ ਕੇ ਇਹਨਾਂ ਦੇ ਹਿਰਦੇ ਸੁਧ ਕਰ ਦਿੱਤੇ ਆ, ਪਵਿੱਤਰ ਕਰ ਦਿੱਤੇ ਹਨ। ਉਚਿਤ ਮਹਾ ਸੁਖ ਕੋ ਉਰ ਧਰੇ। ਮਹਾਰਾਜ ਕਹਿੰਦੇ ਨੇ ਹੁਣ ਮੇਰੇ ਸਿੱਖ ਉਚਿਤ ਬਹੁਤ ਵੱਡਾ ਸੁਖ ਧਾਰਨ ਕਰਨਗੇ, ਬਹੁਤ ਵੱਡਾ ਇਹਨਾਂ ਨੂੰ ਸੁਖ ਪ੍ਰਾਪਤ ਹੋਵੇਗਾ। ਤ੍ਰਿਪਤ ਭਏ ਸਭ ਪਾਏ ਆਹਾਰਾ। ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਸਭਨਾਂ ਨੂੰ ਭੋਜਨ ਪ੍ਰਸ਼ਾਦਾ ਦਿੱਤਾ। ਸਾਰੇ ਭੋਜਨ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋ ਗਏ, ਰੱਜ ਗਏ। ਘੋੜਿਆਂ ਨੂੰ ਵੀ ਪੱਠਾ ਦੱਥਾ ਦਿੱਤਾ ਤੇ ਸਾਧ ਸੰਗਤ ਜੀ ਹਾਥੀਆਂ ਨੂੰ ਵੀ ਜੋ ਉਹਨਾਂ ਦੀ ਖੁਰਾਕ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਣਾ ਕੀਤੀ। ਸਾਰੇ ਰੱਜ ਗਏ। ਗੱਜ ਬਾਜੀਨ ਦੀਨ ਤਬ ਚਾਰਾ। ਗੱਜ ਜਿਹੜੇ ਸਾਧ ਸੰਗਤ ਜੀ ਹਾਥੀ ਸੀ, ਬਾਜੀਨ ਘੋੜੇ, ਇਹਨਾਂ ਹਾਥੀਆਂ ਨੂੰ ਘੋੜਿਆਂ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਾਰਾ ਸਾਧ ਸੰਗਤ ਜੀ ਬਖਸ਼ਿਸ਼ ਕੀਤਾ। ਜੇ ਮਰ ਗਏ ਗੁਰੂਪੁਰ ਬਸੇ। ਜਿਹੜੇ ਸਾਧ ਸੰਗਤ ਜੀ ਇਸ ਪਰਚੇ ਦੇ ਵਿੱਚ ਸ਼ਹੀਦੀਆਂ ਪਾ ਗਏ ਸੀ ਉਹਨਾਂ ਦਾ ਸੱਚਖੰਡ ਵਿੱਚ ਵਾਸਾ ਹੋ ਗਿਆ, ਉਹ ਸੱਚਖੰਡ ਨੂੰ ਚਲੇ ਗਏ। ਜੀਵਤ ਲੜਤ ਫਿਰਤ ਕਟ ਕਸੇ। ਫਿਰ ਸਾਧ ਸੰਗਤ ਜੀ ਜਿਹੜੇ ਗੁਰੂ ਦੇ ਸਿੰਘ ਸੀ, ਪ੍ਰਸ਼ਾਦਾ ਪਾਣੀ ਮਿਲਿਆ, ਉਹਨਾਂ ਦੇ ਸਰੀਰਾਂ ਵਿੱਚ ਤਾਕਤਾਂ ਆਈਆਂ। ਫਿਰ ਦੁਸ਼ਮਣਾਂ ਨੂੰ ਮਾਰਨ ਲਈ ਸਿੰਘਾਂ ਨੇ ਕਮਰ ਕੱਸੇ ਕੱਸ ਲਏ।
ਕਮਰ ਕਸੇ ਕਸ ਕਸ ਕੇ ਗੁਰੂ ਦੇ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਂਦੇ, ਦੁਸ਼ਮਣਾਂ ਨੂੰ ਮਾਰਦੇ ਆ। ਖੇਤਿਕ ਦਿਵਸ ਬਿਤੇ ਸੁਖ ਪਾਈ। ਇਸੇ ਤਰ੍ਹਾਂ ਕਈ ਸਾਧ ਸੰਗਤ ਜੀ ਦਿਨ ਬਤੀਤ ਹੋਏ, ਕਈ ਦਿਨ ਬਤੀਤ ਹੋ ਜਾਣ ਪਿੱਛੋਂ ਕਿਸੂ ਦੇਸ਼ ਤੇ ਸੰਗਤ ਆਈ। ਕਿਸੇ ਦੇਸ਼ ਤੋਂ ਕੁਝ ਸਾਧ ਸੰਗਤ ਜੀ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਆ ਗਈ। ਘੇਰਾ ਹੋਏ ਠਠਕ ਹੈ ਕਰਹਿ। ਸਾਧ ਸੰਗਤ ਜੀ ਘੇਰਾ ਵੇਖ ਕੇ ਉਹ ਜਿਹੜੀ ਸੰਗਤ ਸੀ ਕੁਝ ਸਮਾਂ ਪਿੱਛੇ ਹੀ ਰੁਕੀ ਰਹੀ। ਜਤਨ ਰਚੈ ਕਿਮ ਗੁਰਮੁਖ ਲਹੇ। ਜਤਨ ਰਚੇ, ਜਤਨ ਕਰਦੇ ਰਹੇ ਵੀ ਕਿਸ ਤਰ੍ਹਾਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਦੀਦਾਰ ਹੋਣ ਜੀ। ਘਾਤ ਪਾਏ ਕਿਛ ਹੂੰ ਧਨ ਦੀਨੋ। ਸਾਧ ਸੰਗਤ ਜੀ ਉਹਨਾਂ ਦੁਸ਼ਮਣਾਂ ਨੂੰ, ਕਿਉਂਕਿ ਲਾਲਚੀ ਵੀ ਹਰ ਤਰ੍ਹਾਂ ਦੇ ਹੁੰਦੇ ਨੇ, ਪਰ ਇੰਨਾ ਵੀ ਬੰਦਾ ਲਾਲਚੀ ਨਾ ਹੋਵੇ ਕਿ ਆਪਣਾ ਧਰਮ ਹੀ ਵੇਚ ਸੁੱਟੇ। ਬਹੁਤਾਤ ਵਿੱਚ ਐਸੇ ਨੇ ਜਿਨ੍ਹਾਂ ਨੇ ਆਪਣਾ ਧਰਮ ਵੇਚ ਸੁੱਟਿਆ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਮਹਾਂਪੁਰਖ ਇੱਕ ਬਚਨ ਕਰਿਆ ਕਰਦੇ, ਕਹਿੰਦੇ ਸਿੱਖ ਸਿੱਖ ਨੂੰ ਮਾਰੇ ਨਾ, ਇਹ ਕੌਮ ਕਦੇ ਵੀ ਹਾਰੇ ਨਾ। ਪੰਜਾਬ ਦੇ ਬਛਿੰਦੇ ਹੋ ਗੁਰਸਿੱਖੋ, ਅਸੀਂ ਬਹੁਤੇ ਪੰਜਾਬ ਤੋਂ ਆ ਕੇ ਇੱਥੇ ਵਸੇ ਆ। ਤੁਸੀਂ ਕਦੇ ਬੱਸਾਂ 'ਚ ਸਫ਼ਰ ਕੀਤਾ ਹੋਣਾ। ਬੱਸਾਂ 'ਚ ਪਹਿਲਾਂ ਇੱਕ ਗੱਲ ਲਿਖੀ ਹੁੰਦੀ ਸੀ, ਬੇਗਾਨਿਆਂ ਤੋਂ ਬਚੋ। ਪਰ ਅੱਜ ਕਿਸੇ ਬੱਸ ਦੇ ਵਿੱਚ ਤੁਸੀਂ ਇਹ ਲਿਖਿਆ ਵਿਖਾ ਦਿਓ ਵੀ ਬੇਗਾਨਿਆਂ ਤੋਂ ਬਚੋ, ਨਹੀਂ। ਅੱਜ ਉਹਨਾਂ ਬੱਸਾਂ 'ਚ ਲਿਖਿਆ ਮਿਲਦਾ ਵੀ ਆਪਣਿਆਂ ਤੋਂ ਬਚੋ। ਕਿਉਂਕਿ ਆਪਣਾ ਬੰਦਾ ਜਿੱਡਾ ਵੱਡਾ ਦੁਸ਼ਮਣ ਬਣਦਾ, ਏਡਾ ਵੱਡਾ ਦੁਸ਼ਮਣ ਗੈਰ ਨਹੀਂ ਬਣਦਾ। ਕਿਉਂ? ਕਿਉਂਕਿ ਆਪਣੇ ਨੂੰ ਭੇਤ ਹੈ। ਘਰ ਦਾ ਭੇਤੀ ਲੰਕਾ ਢਾਉਂਦਾ ਹੈ। ਭਰਾ ਨੇ ਹੀ ਰਾਵਣ ਨੂੰ ਮਰਵਾਇਆ ਸੀ, ਵਿਭੀਸ਼ਣ ਨੇ। ਉਹਨੇ ਭੇਤ ਦਿੱਤਾ ਸੀ ਵੀ ਇਹਦੀ ਨਾਭੀ 'ਚ ਅਗਨੀ ਬਾਣ ਮਾਰ। ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਘੇਰਾ ਸਤਿਗੁਰੂ ਕੋ ਦਰਸ਼ਨ ਸੁਖ ਪਾਏ, ਅੰਤਰ ਜਾਏ ਪ੍ਰਵੇਸ਼ਨ ਕੀਨੋ। ਜਤਨ ਰਚੇ ਕਿਮ ਗੁਰਮੁਖ ਲਹੇ। ਉਹ ਸਿੱਖ ਯਤਨ ਕਰਦੇ ਆ ਵੀ ਕਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਣ। ਘਾਤ ਪਾਏ ਕਿਸ ਹੂੰ ਧਨ ਦੀਨੋ। ਉਹਨਾਂ ਸੰਗਤਾਂ ਨੇ ਫਿਰ ਸਾਧ ਸੰਗਤ ਦੁਸ਼ਮਣਾਂ ਨੂੰ ਥੋੜਾ ਧਨ ਪਦਾਰਥ ਦੇ ਕੇ, ਲਾਲਚ ਦੇ ਕੇ ਯਤਨ ਕੀਤਾ। ਅੰਤਰ ਜਾਏ ਪ੍ਰਵੇਸ਼ਨ ਕੀਨੋ। ਫਿਰ ਉਹਨਾਂ ਨੇ ਜਿਹੜੇ ਪਹਿਰੇਦਾਰ ਸੀਗੇ, ਘੇਰਾ ਪਾਇਆ ਹੋਇਆ ਸੀ, ਉਹਨਾਂ ਧਨ ਪਦਾਰਥ ਲੈ ਕੇ ਉਹਨਾਂ ਸੰਗਤਾਂ ਨੂੰ ਅੰਦਰ ਲੰਘਾ ਦਿੱਤਾ। ਇੱਥੋਂ ਤੱਕ ਆਪ ਸਰਬਾ ਸੰਗਤਾਂ ਨੇ ਸਾਧ ਸੰਗਤ ਜੀ ਕਥਾ ਖਾਣੀਆਂ, ਸਰਵਨ ਕੀਤੀਆਂ। ਹੋਈਆਂ ਬੇਅੰਤ ਭੁੱਲਾਂ ਦੀ ਖੇਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਣ ਯੋਗ ਨੇ। ਆਪ ਸਰਬਾ ਸੰਗਤਾਂ ਬਖਸ਼ਣ ਯੋਗ ਹੋ। ਦਾਸ ਦੀਆਂ ਭੁੱਲਾਂ ਨਾ ਚਿਤਾਰਿਓ। ਹੁਣ ਗੁਰਮੁਖ ਪਿਆਰੇ ਆਪ ਜੀ ਨੂੰ ਕੀਰਤਨ ਸੁਣਾਉਣਗੇ। ਸ਼ਰਧਾ ਭਾਵਨਾ ਨਾਲ ਕੀਰਤਨ ਸੁਣੋ। ਆਪਣੇ ਜਨਮ ਅਤੇ ਸਵਾਸਾਂ ਨੂੰ ਸਫਲ ਕਰੋ ਜੀ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਘੇਰਾ ਹੇਤ ਹੇਰ ਠਠਕ ਹੈ ਰਹੇ। ਜਤਨ ਕਰਚੇ ਕਿਮ ਗੁਰਮੁਖ ਲਹੇ। ਘਾਤ ਪਾਏ ਕਿਛ ਹਉ ਧਨ ਦੀਨੋ। ਅੰਤਰ ਜਾਏ ਪਰਵੇਸ਼ਨ